ਹਾਂਜੀ ਪਿਆਰੇ ਬੱਚਿਓ, ਅੱਜ ਆਪਾਂ ਲੈ ਕੇ ਆਏ ਹਾਂ ਪੋਲੀਟੀਕਲ ਸਾਇੰਸ ਦਾ ਦੂਜੀ ਕਿਤਾਬ ਦਾ ਤੀਜਾ ਚੈਪਟਰ, ਜਿਸ ਦਾ ਨਾਮ ਹੈ ਪੋਲਿਟਿਕਸ ਆਫ ਪਲੈਨਡ ਡਿਵੈਲਪਮੈਂਟ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਰਜਿੰਦਰਾ ਕੋਚਿੰਗ ਸੈਂਟਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਆਪਾਂ ਸ਼ੁਰੂ ਕਰ ਦਿਆਂਗੇ ਪੋਲੀਟੀਕਲ ਸਾਇੰਸ ਦਾ ਅਗਲਾ ਚੈਪਟਰ, ਜਿਸ ਦਾ ਨਾਮ ਹੈ ਪੋਲਿਟਿਕਸ ਆਫ ਦਾ ਪਲੈਨਡ ਡਿਵੈਲਪਮੈਂਟ। ਦੇਖੋ ਬੱਚਿਓ, ਆਪਣਾ ਜਿਹੜਾ ਦੇਸ਼ ਹੈ ਉਹ ਬ੍ਰਿਟਿਸ਼ ਇੰਡੀਆ ਤੋਂ ਆਜ਼ਾਦ ਹੋਇਆ। ਜਿਹੜਾ ਬ੍ਰਿਟਿਸ਼ ਤੋਂ ਆਜ਼ਾਦ ਹੋਇਆ 15 ਅਗਸਤ 1947 ਨੂੰ। ਬਾਕੀ ਕੁਝ ਹਿੱਸੇ ਆਪਾਂ ਬਾਅਦ ਦੇ ਵਿੱਚ ਇੰਡੀਆ 'ਚ ਜੋੜ ਲਏ, ਜਿਵੇਂ ਕਿ ਗੋਆ, ਦਮਨ ਦਿਊ, ਦਾਦਰਾ ਨਗਰ ਹਵੇਲੀ। ਇਹ ਆਪਾਂ ਪੁਰਤਗਾਲੀਆਂ ਤੋਂ ਆਜ਼ਾਦ ਕਰਵਾ ਲਏ 1961 ਦੇ ਵਿੱਚ। ਪੁਡੂਚੇਰੀ ਆਪਾਂ ਆਜ਼ਾਦ ਕਰਵਾ ਲਿਆ 1954 ਦੇ ਵਿੱਚ, ਅਤੇ ਸਿੱਕਮ ਆਪਾਂ ਆਜ਼ਾਦ ਕਰਵਾ ਲਿਆ ਸੀ 1975 ਦੇ ਵਿੱਚ। ਤਾਂ ਹੌਲੀ ਹੌਲੀ ਜਿਹੜਾ ਆਪਣਾ ਮੌਜੂਦਾ ਭਾਰਤ ਹੈਗਾ ਉਹ ਆਪਣੇ ਹੋਂਦ ਵਿੱਚ ਆ ਗਿਆ। ਲਿੰਗੁਇਸਟਿਕ ਬੇਸ 'ਤੇ ਬਹੁਤ ਸਾਰੀਆਂ ਸਟੇਟਾਂ ਬਣ ਗਈਆਂ, ਅਤੇ ਇੰਡੀਆ ਜਿਹੜਾ ਉਹ ਜਿਵੇਂ ਆਪਾਂ ਨੂੰ ਅੱਜ ਦਿਖਾਈ ਦਿੰਦਾ ਨਕਸ਼ੇ 'ਤੇ, ਉਹ ਬਣ ਗਿਆ। ਜਦੋਂ ਹੀ ਆਪਣਾ ਦੇਸ਼ ਆਜ਼ਾਦ ਹੋ ਗਿਆ ਸੀ ਤਾਂ ਆਪਣੇ ਵੱਡੇ ਵੱਡੇ ਲੀਡਰ, ਜਾਂ ਕਾਂਗਰਸ ਪਾਰਟੀ ਕਹਿ ਲਓ, ਜਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਸੀ, ਉਹਨਾਂ ਨੇ ਆਪਦੇ ਪਲਾਨ ਦੇਣੇ ਸ਼ੁਰੂ ਕਰਤੇ ਸੀ ਕਿ ਇੰਡੀਆ ਦੇ ਵਿੱਚ ਜਿਹੜਾ ਇਕਨੋਮਿਕ ਸਿਸਟਮ ਚੱਲੂਗਾ ਕਿਸ ਤਰ੍ਹਾਂ ਚੱਲੂਗਾ। ਕੁਝ ਲੈਫਟ ਪਾਰਟੀਆਂ ਇਹ ਕਹਿੰਦੀਆਂ ਸੀ ਕਿ ਇੰਡੀਆ ਦੇ ਵਿੱਚ ਆਪਾਂ ਨੂੰ ਸੋਸ਼ਲਿਜ਼ਮ ਲੈ ਕੇ ਆਉਣਾ ਚਾਹੀਦਾ ਗਾ, ਆਪਣੀ ਵਿਚਾਰਧਾਰਾ ਸੋਸ਼ਲਿਜ਼ਮ ਵਾਲੀ ਹੋਣੀ ਚਾਹੀਦੀ ਹੈਗੀ, ਸਾਰਾ ਕੁਛ ਸਰਕਾਰੀ ਕੰਟਰੋਲ ਦੇ ਵਿੱਚ ਰਹਿਣਾ ਚਾਹੀਦਾ ਗਾ, ਇੰਡਸਟਰੀ ਨੂੰ ਲਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ, ਖੇਤੀਬਾੜੀ ਨੂੰ ਕਰਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ, ਰੁਜ਼ਗਾਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੋਊਗੀ। ਕੁਝ ਰਾਈਟ ਪਾਰਟੀਆਂ ਇਹ ਕਹਿੰਦੀਆਂ ਸੀ ਵੀ ਨਹੀਂ, ਸਰਕਾਰ ਦੀ ਇੰਟਰਵੈਂਸ਼ਨ ਬਹੁਤ ਘੱਟ ਹੋਣੀ ਚਾਹੀਦੀ ਹੈ, ਇਕਨੋਮਿਕ ਸਿਸਟਮ ਨੂੰ ਪੂਰੀ ਤਰ੍ਹਾਂ ਫਰੀ ਛੱਡ ਦੇਣਾ ਚਾਹੀਦਾ ਹੈ, ਓਪਨ ਮਾਰਕੀਟ, ਫਰੀਲੀ ਮਾਰਕੀਟ ਹੋਣੀ ਚਾਹੀਦੀ ਹੈ, ਇਨਵੈਸਟਮੈਂਟ ਜ਼ਿਆਦਾ ਹੋਣੀ ਚਾਹੀਦੀ ਹੈ ਦੇਸ਼ ਦੇ ਵਿੱਚ, ਫੋਰਨ ਇਨਵੈਸਟਮੈਂਟ ਜ਼ਿਆਦਾ ਹੋਣੀ ਚਾਹੀਦੀ ਹੈ। ਕੁਝ ਦੇ ਵਿਚਾਰ ਇਹ ਸੀਗੇ। ਤਾਂ ਇੰਡੀਆ ਦੇ ਵਿੱਚ ਕੀ ਕੀਤਾ ਜਾਊਗਾ, ਕੀ ਪਲੈਨ ਦੇ ਨਾਲ ਇਕੋਨਮੀ ਨੂੰ ਅੱਗੇ ਲਿਆਂਦਾ ਜਾਊਗਾ, ਉਹਦੇ ਵਾਸਤੇ ਜਿਹੜੀ ਵਿਚਾਰ ਚਰਚਾ ਗਈ ਉਹ ਇਸ ਚੈਪਟਰ ਦੇ ਵਿੱਚ ਆਪਾਂ ਕਰਾਂਗੇ। ਉਹੀ ਪੋਲੀਟਿਕਸ ਹੈ ਜਿਹੜੀ, ਜਾਂ ਇਹ ਕਹਿ ਲਓ ਵੀ ਕੀ ਕੀਤਾ ਗਿਆ, ਰਾਈਟ ਆਪਣੀ ਵਿਚਾਰਧਾਰਾ ਕਿਹੜੀ ਅਪਣਾਈ ਗਈ, ਕਿਹੜੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਿਆ ਗਿਆ, ਅਤੇ ਉਹਦੇ ਵਿੱਚ ਕੀ ਕੀ ਪਲਾਨ ਸੀਗੇ, ਅਤੇ ਜਿਹਦੇ ਨਾਲ ਇੰਡੀਆ ਨੂੰ ਕਿੰਨਾ ਕੁ ਫਾਇਦਾ ਹੋਇਆ, ਇਹਦੇ ਬਾਰੇ ਸਾਰਾ ਚੈਪਟਰ ਹੈਗਾ। ਹਾਂਜੀ, ਸ਼ੁਰੂ ਕਰਦੇ ਹਾਂ ਵੀ। ਵੈਸੇ ਥੋੜ੍ਹਾ ਮੈਂ ਹੋਰ ਦੱਸਣਾ ਚਾਹੁੰਦਾ ਗਾ, ਵੈਸੇ ਜਿਹੜਾ ਆਪਣਾ ਝੁਕਾਓ ਸੀਗਾ ਉਹ ਸੋਸ਼ਲਿਜ਼ਮ ਮਾਡਲ ਵੱਲ ਜ਼ਿਆਦਾ ਸੀਗਾ ਸ਼ੁਰੂ ਦੇ ਵਿੱਚ, ਕਿਉਂਕਿ ਆਪਣੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਉਹ ਰਸ਼ੀਆ ਦੇ ਮਾਡਲ ਤੋਂ ਪ੍ਰਭਾਵਿਤ ਸੀਗੇ। ਜਦੋਂ ਰਸ਼ੀਆ ਦੇ ਵਿੱਚ ਕ੍ਰਾਂਤੀ ਹੋਈ 1917 ਦੇ ਵਿੱਚ, ਤਾਂ ਉਸ ਤੋਂ ਬਾਅਦ 1922 ਦੇ ਵਿੱਚ ਇਹਦੇ USSR ਦਾ ਨਿਰਮਾਣ ਹੋ ਗਿਆ। ਕਿਉਂਕਿ ਰਸ਼ੀਆ ਦੇ ਵਿੱਚ ਨਾ ਇੱਕਦਮ ਸਾਰਾ ਕੁਛ ਠੀਕ ਨਹੀਂ ਹੋਇਆ ਸੀ। 1917 'ਚ ਕ੍ਰਾਂਤੀ ਤਾਂ ਹੋ ਗਈ ਸੀ, ਪਰ ਬਾਅਦ ਦੇ ਵਿੱਚ 1918 ਵਿੱਚ ਉੱਥੇ ਸਿਵਲ ਵਾਰ ਛਿੜ ਗਿਆ ਸੀ ਮੈਨਸ਼ੇਵਕਾਂ ਦੇ ਬੋਲਸ਼ੇਵਿਕਾਂ ਦੇ ਵਿੱਚ, ਅਤੇ ਬੋਲਸ਼ੇਵਿਕ ਕ੍ਰਾਂਤੀ ਬੋਲਸ਼ੇਵਿਕਾਂ ਦੀ ਜਿੱਤ ਹੋਈ 1922 ਦੇ ਵਿੱਚ। USSR ਦਾ ਨਿਰਮਾਣ ਹੁੰਦਾ ਗਾ, 15 ਦੇਸ਼ ਉਹਦੇ ਵਿੱਚ ਇਨਕਲੂਡ ਹੋ ਜਾਂਦੇ ਆ। ਤਾਂ 1928 ਦੇ ਵਿੱਚ ਉਹਨਾਂ ਨੇ ਪਲੈਨਡ ਇਕੋਨਮੀ ਲੈ ਕੇ ਆਉਂਦੀ ਸੀ, ਅਤੇ 5 ਈਅਰ ਪਲਾਨ ਵੀ ਲੈ ਕੇ ਆਉਂਦੇ ਸੀ। ਤਾਂ ਨਹਿਰੂ ਜੀ ਰਸ਼ੀਆ ਦੀ ਯਾਤਰਾ ਅਕਸਰ ਕਰਦੇ ਸੀਗੇ, ਅਤੇ ਉਹ ਰਸ਼ੀਆ ਨੇ ਸ਼ੁਰੂ ਦੇ ਵਿੱਚ ਬਹੁਤ ਤਰੱਕੀ ਕੀਤੀ। ਜਦੋਂ 1929 ਦੇ ਵਿੱਚ ਮਹਾਮੰਦੀ ਆਈ ਹੈ ਤਾਂ ਸਾਰੀ ਦੁਨੀਆ ਦੇ ਦੇਸ਼ਾਂ 'ਤੇ ਬਹੁਤ ਬੁਰਾ ਪ੍ਰਭਾਵ ਪਿਆ, ਈਵਨ ਕਿ ਅਮੈਰੀਕਾ ਦੀ ਇਕੋਨਮੀ 'ਤੇ ਬਹੁਤ ਬੁਰਾ ਪ੍ਰਭਾਵ ਪਿਆ ਉਹ ਗ੍ਰੇਟ ਡਿਪਰੈਸ਼ਨ ਦਾ 1929 ਦੇ ਵਿੱਚ, ਮਹਾਮੰਦੀ ਦਾ। ਪਰ ਰਸ਼ੀਆ ਦੀ ਇਕੋਨਮੀ 'ਤੇ, ਜਾਂ ਇਹ ਕਹਿ ਲਓ ਵੀ USSR ਦੀ ਇਕੋਨਮੀ 'ਤੇ ਉਸ ਸਮੇਂ ਕੋਈ ਵੀ ਪ੍ਰਭਾਵ ਨਹੀਂ ਪਿਆ, ਉਹ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਸੀਗੀ। ਤਾਂ ਇਸ ਕਰਕੇ ਉਹਨੇ ਸਾਰੀ ਦੁਨੀਆ ਨੂੰ ਆਪਦੇ ਵੱਲ ਅਟਰੈਕਟ ਕੀਤਾ ਵੀ ਜਿਹੜਾ ਸੋਸ਼ਲਿਜ਼ਮ ਮਾਡਲ ਹੈਗਾ ਉਹ ਵੀ ਬਹੁਤ ਵਧੀਆ ਹੈਗਾ। ਤਾਂ ਇੰਡੀਆ ਨੇ ਵੀ ਫੈਸਲਾ ਕਰ ਲਿਆ ਸੀ ਵੀ ਆਪਾਂ ਸੋਸ਼ਲਿਜ਼ਮ ਮਾਡਲ ਲੈ ਕੇ ਆਵਾਂਗੇ। ਹਾਂਜੀ, ਚਲੋ ਸ਼ੁਰੂ ਕਰਦੇ ਹਾਂ। ਤਾਂ ਇੰਡੀਆ ਦੇ ਜਿਹੜੇ 5 ਈਅਰ ਪਲਾਨ ਆ ਨਾ, ਉਹ ਰਸ਼ੀਆ ਦੇ ਮਾਡਲ ਤੋਂ ਜਾਂ USSR ਦੇ ਮਾਡਲ ਤੋਂ ਹੀ ਪ੍ਰਭਾਵਿਤ ਹੈਗੇ, ਅਤੇ ਇੰਡੀਆ ਇਸੇ ਰਾਹ 'ਤੇ ਚੱਲੂਗਾ। ਹਾਂਜੀ, ਦੇਖਦੇ ਹਾਂ ਵੀ। ਪਹਿਲਾਂ ਨਾ ਇਹ 'ਚ ਕੁਝ ਐਗਜ਼ਾਮਪਲ ਦਿੱਤੀ ਹੋਈ ਆ ਉੜੀਸਾ ਦੀ, ਆਪਾਂ ਦੇਖਦੇ ਹਾਂ ਇਹਦੇ 'ਚ ਕੀ ਲਿਖਿਆ ਹੈਗਾ। ਹਾਂਜੀ, ਜਿਵੇਂ ਕਿ ਉੜੀਸਾ ਹੈਜ਼ ਵਨ ਆਫ ਦਾ ਲਾਰਜੈਸਟ ਰਿਜ਼ਰਵਾਇਰ of the untapped iron ore in the country is being seen as an important investment destination। ਦੇਖੋ ਜਿਹੜੀ ਉੜੀਸਾ ਸਟੇਟ ਹੈ ਇੰਡੀਆ ਦੀ, ਇਸ ਦੇ ਵਿੱਚ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਅਨਟੈਪਡ ਆਇਰਨ ਓਰ ਪਈਆਂ ਨੇ, ਬਹੁਤ ਵੱਡੀਆਂ ਲੋਹੇ ਦੀਆਂ ਖਾਣਾਂ ਨੇਗੀਆਂ, ਜਿਹੜਾ ਕਿ ਇੱਕ ਦੇਸ਼ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਇਨਵੈਸਟਮੈਂਟ ਡੈਸਟੀਨੇਸ਼ਨ ਦੇ ਵਜੋਂ ਦੇਖਿਆ ਜਾਂਦਾ ਹੈ ਉੜੀਸਾ ਨੂੰ। ਵੈਸੇ ਉੜੀਸਾ ਦੇ ਵਿੱਚ ਇਕੱਲੇ ਆਇਰਨ ਓਰ ਹੀ ਨਹੀਂ ਹੈਗੀਆਂ, ਉੜੀਸਾ ਦੇ ਵਿੱਚ ਹੋਰ ਵੀ ਬਹੁਤ ਸਾਰੇ ਖਣਿਜ ਹੈਗੇ। ਹਾਂਜੀ, ਅੱਗੇ ਵੱਧਦੇ ਹਾਂ। ਦ ਸਟੇਟ ਗੌਰਮੈਂਟ ਹੈਜ਼ ਸਾਈਨਡ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਵਿਦ ਬੋਥ ਇੰਟਰਨੈਸ਼ਨਲ ਐਂਡ ਡੋਮੈਸਟਿਕ ਸਟੀਲ ਮੇਕਰਜ਼।
ਜਿਹੜੀ ਸਟੇਟ ਗੌਰਮੈਂਟ ਹੈਗੀ ਉਹ ਉਸਨੇ MOU ਸਾਈਨ ਕਰ ਲਏ ਕਿਹਨਾਂ ਦੇ ਨਾਲ, ਇੰਟਰਨੈਸ਼ਨਲ ਕੰਪਨੀ ਦੇ ਨਾਲ ਵੀ ਅਤੇ ਡੋਮੈਸਟਿਕ ਸਟੀਲ ਮੇਕਰਾਂ ਨਾਲ ਵੀ। ਜਿਹੜੇ ਆਇਰਨ ਓਰ ਦੇ ਵਿੱਚੋਂ ਆਇਰਨ ਕੱਢ ਕੇ ਸਟੀਲ ਬਣਾਉਣਗੇ, ਉਹ ਉਹਨਾਂ ਦੇ ਨਾਲ MOU ਸਾਈਨ ਕਰ ਲਏ ਸਟੇਟ ਗੌਰਮੈਂਟ ਨੇ ਕਿ ਤੁਸੀਂ ਆਓ ਸਾਡੇ ਸਟੇਟ ਦੇ ਵਿੱਚ ਤੁਸੀਂ ਇਨਵੈਸਟ ਕਰੋ, ਇਹਦੇ ਵਿੱਚੋਂ ਸਟੀਲ ਬਾਹਰ ਕੱਢੋ, ਤੁਸੀਂ ਬਾਹਰ ਵੀ ਵੇਚ ਸਕਦੇ ਹੋ, ਇੰਟਰਨੈਸ਼ਨਲ ਕੰਪਨੀ ਬਾਹਰ ਵੇਚ ਦਊਗੀ ਅਤੇ ਡੋਮੈਸਟਿਕ ਮੇਕਰ ਆ ਜਿਹੜੇ ਉਹ ਦੇਸ਼ ਦੇ ਅੰਦਰ ਹੀ ਵੇਚ ਦੇਣਗੇ। ਹਾਂਜੀ, ਹੁਣ ਇਹਦੇ ਪ੍ਰੋਫਿਟ ਕੀ ਹੋਣਗੇ? ਪ੍ਰੋਫਿਟ ਲਿਖਿਆ ਬੱਚਿਓ, ਜਿਵੇਂ ਕੈਪੀਟਲ ਇਨਵੈਸਟਮੈਂਟ, ਫੈਕਟਰੀਜ਼ ਵਿਲ ਐਸਟੈਬਲਿਸ਼, ਪ੍ਰੋਵਾਈਡ ਏ ਲੋਟ ਆਫ employment opportunity, state development, road, electricity ਐਕਸੈਟਰਾ। ਦੇਖੋ ਵੀ ਜੇ ਕੋਈ ਇੰਟਰਨੈਸ਼ਨਲ ਪਲੇਅਰ ਜਾਂ ਡੋਮੈਸਟਿਕ ਪਲੇਅਰ ਵੀ ਇਨਵੈਸਟ ਕਰੂਗਾ ਕਿਸੇ ਵੀ ਸਟੇਟ ਦੇ ਵਿੱਚ, ਉਹਦਾ ਬਹੁਤ ਵੱਡਾ ਫਾਇਦਾ ਹੋਊਗਾ ਵੀ ਇਹਦੇ ਨਾਲ ਕੀ ਹੈ, ਇੱਕ ਤਾਂ ਕੈਪੀਟਲ ਹੈ ਜਿਹੜੀ ਉਹ ਆਪਣੇ ਦੇਸ਼ ਦੇ ਵਿੱਚ ਆਊ, ਉਹ ਸਟੇਟ ਦੇ ਵਿੱਚ ਪਰਟੀਕੂਲਰ ਸਟੇਟ ਦੇ ਵਿੱਚ ਆਊਗੀ, ਫੈਕਟਰੀਜ਼ ਐਸਟੈਬਲਿਸ਼ ਹੋਣਗੀਆਂ, ਇਸ ਤੋਂ ਬਾਅਦ ਉੱਥੇ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ, ਆਪਣੇ ਦੇਸ਼ ਦੇ ਵਿੱਚ ਬਹੁਤ ਵੱਡੀ ਟੈਕਨੋਲੋਜੀ ਆਊਗੀ, ਕਿਉਂਕਿ ਉਹ ਕਿਹੜੀ ਟੈਕਨੋਲੋਜੀ ਯੂਜ਼ ਕਰਕੇ ਆਇਰਨ ਓਰ ਕੱਢ ਰਹੇ ਹੈ ਅਤੇ ਫਿਰ ਉਹਨੂੰ ਰਿਫਾਈਨ ਕਰ ਰਹੇ ਹੈ, ਫਿਰ ਇਸ ਤੋਂ ਬਾਅਦ ਸਟੀਲ ਬਣਾ ਰਹੇ ਹੈ, ਫਿਰ ਉਹਨੂੰ ਬਾਅਦ ਦੇ ਵਿੱਚ ਸਟੋਰ ਕਰ ਰਹੇ ਹੈ, ਉਸ ਤੋਂ ਬਾਅਦ ਉਹਨੂੰ ਬਾਹਰ ਭੇਜ ਰਹੇ ਹੈ। ਤਾਂ ਬਹੁਤ ਸਾਰੇ ਲੋਕਾਂ ਨੂੰ ਰੁਜ਼ਗਾਰ ਮਿਲੂਗਾ, ਟੈਕਨੋਲੋਜੀ ਆਊਗੀ, ਕੈਪੀਟਲ ਆਊਗੀ, ਇਸ ਤੋਂ ਇਲਾਵਾ ਸਟੇਟ ਦੀ ਡਿਵੈਲਪਮੈਂਟ ਵੀ ਹੋਊਗੀ, ਕਿਉਂਕਿ ਉਹਨਾਂ ਚੀਜ਼ਾਂ ਨੂੰ ਜਲਦੀ ਦੇਸ਼ ਤੋਂ ਬਾਹਰ ਭੇਜਣ ਵਾਸਤੇ ਅਤੇ ਦੇਸ਼ ਦੇ ਅੰਦਰ ਭੇਜਣ ਵਾਸਤੇ ਸੜਕਾਂ ਦਾ ਨਿਰਮਾਣ ਵੀ ਕਰਨਗੇ ਉਹ, ਅਤੇ ਉਹ ਬਿਜਲੀ ਦੀ ਵੀ ਸਥਾਪਨਾ ਕਰਨਗੇ, ਬਿਜਲੀ ਵੀ ਬਣਾਉਣਗੇ। ਤਾਂ ਇਹਦੇ ਨਾਲ ਜਿਹੜੀ ਸਟੇਟ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਤਰੱਕੀ ਹੋ ਜਾਊਗੀ। ਠੀਕ ਹੈ ਜੀ, ਰੋਡ ਬਣ ਜਾਣਗੇ, ਇਲੈਕਟ੍ਰੀਸਿਟੀ ਜਨਰੇਟ ਹੋਊਗੀ, ਤਾਂ ਸਟੇਟ ਦੀ ਡਿਵੈਲਪਮੈਂਟ ਹੋ ਜਾਊਗੀ। ਤਾਂ ਇਹਦੇ 'ਤੇ ਪ੍ਰੋਫਿਟ ਹੋਏ, ਦੇਖੋ ਪ੍ਰੋਫਿਟ ਕਿੰਨੇ ਨੇ। ਲੋਸ ਕੀ ਹੋਣਗੇ? ਲੋਸ ਦੇਖਦੇ ਹਾਂ। The tribal population fear that the setting up of the industry would mean displacement from their home and livelihood, pollute the environment। ਕਹਿੰਦੇ ਵੀ ਕਿਉਂਕਿ ਦੇਖੋ ਉੜੀਸਾ ਸਟੇਟ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਕੀ ਰਹਿੰਦੀ ਹੈ ਵੀ ਟਰਾਈਬਲ ਪਾਪੂਲੇਸ਼ਨ ਰਹਿੰਦੀ ਹੈ। ਟਰਾਈਬਲ ਪਾਪੂਲੇਸ਼ਨ ਰਹਿੰਦੀ ਹੈ ਜ਼ਿਆਦਾਤਰ ਜੰਗਲੀ ਖੇਤਰਾਂ ਦੇ ਵਿੱਚ, ਕਿਉਂਕਿ ਉੜੀਸਾ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਜੰਗਲ ਹੈਗੇ, ਵੱਡੀ ਮਾਤਰਾ ਦੇ ਵਿੱਚ ਪੇੜ ਪੌਦੇ ਹੈ, ਪੇੜ ਪੌਦਿਆਂ ਦੇ ਨੀਚੇ ਹੀ ਧਰਤੀ ਦੇ ਨੀਚੇ ਕੀ ਹੈਗੇ ਰਿਜ਼ਰਵ ਪਏ ਆ, ਬਹੁਤ ਸਾਰੇ ਮੈਟੈਲਿਕ ਰਿਜ਼ਰਵ ਪਏ ਆ। ਤਾਂ ਜੇਕਰ ਸਟੇਟ ਗੌਰਮੈਂਟ ਉੱਥੇ ਇਨਵੈਸਟ ਕਰਾਊਗੀ ਤਾਂ ਵੀ ਉਹ ਸਟੀਲ ਮੇਕਰ ਆ ਕੇ ਉੱਥੋਂ ਸਟੀਲ ਕੱਢਣ, ਤਾਂ ਉਹਨਾਂ ਨੂੰ ਹਟਾਉਣਾ ਪਊਗਾ ਉੱਥੋਂ, ਟਰਾਈਬਲ ਪਾਪੂਲੇਸ਼ਨ ਉੱਥੋਂ ਹਟਾਉਣਾ ਪਊਗਾ, ਬਹੁਤ ਸਾਰੇ ਜੰਗਲਾਂ ਨੂੰ ਕੱਟਣਾ ਪਊਗਾ। ਤਾਂ ਇਹਦੇ ਨਾਲ ਕੀ ਹੋਊਗਾ, ਜਿਹੜੇ ਲੋਕ ਉੱਥੇ ਜੰਗਲਾਂ ਦੇ ਵਿੱਚ ਹੀ ਆਪਦਾ ਕੰਦ ਮੂਲ ਇਕੱਠਾ ਕਰਕੇ ਬਹੁਤ ਸਾਰੀਆਂ ਚੀਜ਼ਾਂ ਬਣਾ ਕੇ ਆਪਦਾ ਗੁਜ਼ਾਰਾ ਕਰ ਰਹੇ ਸੀਗੇ, ਉਹ ਉਹਦੇ ਤੋਂ ਵਾਂਝੇ ਹੋ ਜਾਣਗੇ, ਇਹਨਾਂ ਨੂੰ ਡਿਸਪਲੇਸ ਕੀਤਾ ਜਾਊਗਾ, ਉੱਥੋਂ ਹਟਾਇਆ ਜਾਊਗਾ। ਅਤੇ ਇਸ ਤੋਂ ਇਲਾਵਾ ਜਿਹੜਾ ਇਨਵਾਇਰਮੈਂਟ ਵੀ ਹੈ ਉਹ ਵੀ ਵੱਡੀ ਪੱਧਰ 'ਤੇ ਡੀਗਰੇਡ ਹੋਊਗਾ। ਇਹ ਨੁਕਸਾਨ ਹੋਣਗੇ ਵੀ। ਅੱਗੇ ਦੇਖਦੇ ਹਾਂ। ਹਾਂਜੀ, ਅੱਗੇ ਵੱਧਦੇ ਹਾਂ ਵੀ। The central government feel that if the industry is not allowed, it would set a bad example। ਹਾਂਜੀ ਬਿਲਕੁਲ, ਵੀ ਕੇਂਦਰ ਸਰਕਾਰ ਇਹ ਸੋਚ ਰਹੀ ਹੈ ਵੀ ਇਹ ਮਹਿਸੂਸ ਕਰੂਗੀ ਵੀ ਜੇਕਰ ਇੰਡਸਟਰੀ ਨੂੰ ਅਲਾਓ ਨਾ ਕੀਤਾ, ਆਪਾਂ ਦੇਸ਼ ਦੇ ਅੰਦਰ ਇੰਡਸਟਰੀ ਨੂੰ ਅਲਾਓ ਨਾ ਕੀਤਾ, ਤਾਂ ਇੰਡੀਆ ਦੇ ਵਿੱਚ ਬੈਡ ਐਗਜ਼ਾਮਪਲ ਸੈੱਟ ਹੋਊਗੀ। ਇੱਕ ਬੈਡ ਐਗਜ਼ਾਮਪਲ, ਇੱਕ ਬੁਰੀ ਜਿਹੜੀ ਉਦਾਹਰਣ ਆ ਉਹ ਸੈੱਟ ਹੋਊਗੀ, ਐਂਡ ਡਿਸਕਰੇਜ ਦਾ ਇਨਵੈਸਟਮੈਂਟ ਇਨ ਦਾ ਕੰਟਰੀ। ਅਤੇ ਇਹਦੇ ਨਾਲ ਜਿਹੜੀ ਆਪਣੇ ਦੇਸ਼ ਦੇ ਵਿੱਚ ਇਨਵੈਸਟਮੈਂਟ ਆਉਣੀ ਹੈਗੀ ਉਹਦੀ ਹੌਸਲਾ ਅਫਜ਼ਾਈ ਟੁੱਟ ਜਾਊਗੀ। ਹਾਂਜੀ, ਇਹ ਬੁਰਾ ਪ੍ਰਭਾਵ ਪਊਗਾ। ਇਹ ਤਾਂ ਆਪਾਂ ਨੂੰ ਇੱਕ ਵਿਚਕਾਰਲਾ ਰਸਤਾ ਕੱਢਣਾ ਪੈਣਾ ਵੀ। ਅੱਗੇ ਦੇਖਦੇ ਹਾਂ, ਅਗਲਾ ਪੁਆਇੰਟ ਇਹੀ ਹੈ। ਇਨ ਡੈਮੋਕਰੇਸੀ ਸ਼ੁੱਡ ਬੀ ਟੇਕਨ ਔਰ ਐਟ ਲੀਸਟ ਅਪਰੂਵਡ ਬਾਏ ਦਾ ਪੀਪਲ। ਵੀ ਲੋਕਤੰਤਰੀ ਦੇਸ਼ਾਂ ਦੇ ਵਿੱਚ ਕੀ ਹੁੰਦਾ ਹੈਗਾ ਵੀ ਜਿਹੜੇ ਵੱਡੇ ਫੈਸਲੇ ਹੈਗੇ ਉਹ ਘੱਟੋ ਘੱਟ ਲੋਕਾਂ ਤੋਂ ਅਪਰੂਵਡ ਹੋਣੇ ਚਾਹੀਦੇ ਹੈ, ਵੀ ਲੋਕਾਂ ਤੋਂ ਅਪਰੂਵਡ ਹੋਣੇ ਚਾਹੀਦੇ ਆ। ਤਾਂ ਪਹਿਲਾਂ ਆਪਾਂ ਨੂੰ ਲੋਕਾਂ ਦੀ ਰਾਏ ਮਸ਼ਵਰਾ ਲੈਣਾ ਪਊਗਾ, ਜਿਹੜੇ ਲੋਕ ਉੱਥੇ ਰਹਿ ਰਹੇ ਆ ਉਹਨਾਂ ਤੋਂ ਪੁੱਛਣਾ ਪਊਗਾ ਕਿ ਆਪਾਂ ਦੇਸ਼ ਦਾ ਵਿਕਾਸ ਵੀ ਕਰਨਾ ਗਾ, ਅਸੀਂ ਤੁਹਾਨੂੰ ਵੀ ਉਜਾੜਨਾ ਨਹੀਂ ਹੈਗਾ, ਤੁਹਾਨੂੰ ਵੀ ਡਿਸਪਲੇਸ ਨਹੀਂ ਕਰਨਾ ਹੈਗਾ, ਤੁਹਾਡੀ ਜੀਵਿਕਾ ਨੂੰ ਵੀ ਨਹੀਂ ਖੋਣਾ ਹੈਗਾ। ਇਸ ਕਰਕੇ ਕੋਈ ਲੋਕਾਂ ਦੇ ਫੇਵਰ ਦੇ ਵਿੱਚ ਲੋਕਾਂ ਨੂੰ ਨਾਲ ਲੈ ਕੇ ਕੋਈ ਫੈਸਲਾ ਕੱਢਣਾ ਪਊਗਾ, ਅਤੇ ਜਿਹਦੇ ਨਾਲ ਦੇਸ਼ ਦਾ ਵੀ ਵਿਕਾਸ ਹੋਵੇ ਅਤੇ ਉਹਨਾਂ ਲੋਕਾਂ ਨੂੰ ਵੀ ਉੱਥੇ ਹਟਣਾ ਨਾ ਪਵੇ। ਠੀਕ ਹੈ ਜੀ। ਵੈਸੇ ਇੱਕ ਐਗਜ਼ਾਮਪਲ ਦਿੱਤੀ ਹੈ ਵੀ ਕਿਸੇ ਦੇਸ਼ ਦਾ ਵਿਕਾਸ ਕਰਨ ਵਾਸਤੇ ਇੰਡਸਟਰੀ ਦਾ ਸੈਟਅਪ ਹੋਣਾ ਵੀ ਬਹੁਤ ਜ਼ਰੂਰੀ ਹੈ, ਪਰ ਇੰਡਸਟਰੀ ਦਾ ਸੈਟਅਪ ਕਰਨ ਦੇ ਨਾਲ ਇਹੋ ਜਿਹਾ ਕੋਈ ਨੁਕਸਾਨ ਵੀ ਨਾ ਹੋਵੇ ਕਿ ਉੱਥੋਂ ਦੇ ਲੋਕਾਂ ਨੂੰ ਉਹਦਾ ਬੁਰਾ ਨਤੀਜਾ ਭੁਗਤਣਾ ਪਵੇ, ਜਾਂ ਉੱਥੋਂ ਦੇ ਲੋਕਾਂ ਨੂੰ ਉੱਥੋਂ ਬੇਘਰ ਹੋਣਾ ਪਵੇ। ਇਹ ਇੱਕ ਐਗਜ਼ਾਮਪਲ ਹੈਗੀ ਵੀ ਆਪਾਂ ਨੂੰ ਜਿਹੜੇ ਕੋਈ ਵੀ ਪਲਾਨ ਹੈ ਨਾ ਉਹ ਇਸ ਤਰੀਕੇ ਨਾਲ ਬਣਾਉਣੇ ਪੈਣਗੇ, ਅਤੇ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਣਾ ਪਊਗਾ। ਹਾਂਜੀ, ਦੇਖਦੇ ਹਾਂ ਵੀ ਅੱਗੇ ਵੱਧਦੇ ਹਾਂ। ਬਹੁਤ ਵਧੀਆ ਚੈਪਟਰ ਹੈ ਵੀ ਇਹ, ਤਾਂ ਬਹੁਤ ਸਾਰੀ ਜਾਣਕਾਰੀ ਮਿਲੂਗੀ ਤੁਹਾਨੂੰ। ਹਾਂਜੀ, ਵੈਸੇ ਵੀ ਮੈਂ ਇਹ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਜਾਣਕਾਰੀ ਤੁਹਾਨੂੰ ਦੇਊਂਗਾ। ਹਾਂਜੀ, ਲੈਫਟ ਪਾਰਟੀ।
ਲੈਫਟ ਪਾਰਟੀ ਖੱਬੇ ਪੱਖੀ ਪਾਰਟੀਆਂ ਕੀ ਹੁੰਦੀਆਂ ਵੀ? ਥੋੜ੍ਹਾ ਜਿਹਾ ਦੱਸ ਦੇਣਾ ਵੀ ਜਿਹੜੀਆਂ ਲੈਫਟ ਪਾਰਟੀਆਂ ਹੁੰਦੀਆਂ ਨੇ ਨਾ, ਉਹ ਜ਼ਿਆਦਾਤਰ ਸੋਸ਼ਲਿਜ਼ਮ ਵੱਲ ਝੁਕਾਓ ਰੱਖਦੀਆਂ ਨੇ ਅਤੇ ਇਹ ਛੋਟੀਆਂ-ਛੋਟੀਆਂ ਇਨਵੈਸਟਮੈਂਟ, ਛੋਟੀ-ਛੋਟੀ ਇੰਡਸਟਰੀ ਵੱਲ ਜ਼ਿਆਦਾ ਜ਼ੋਰ ਦਿੰਦੀਆਂ ਨੇ, ਐਗਰੀਕਲਚਰ 'ਤੇ ਜ਼ਿਆਦਾ ਜ਼ੋਰ ਦਿੰਦੀਆਂ ਨੇ। ਬਾਕੀ ਦੇਖਦੇ ਹਾਂ 'ਚ ਕੀ ਲਿਖਿਆ ਹੈਗਾ। ਲੈਫਟ often refers to those who are in favor of the poor, helpless and support government policies for the benefit of the poor। ਵੀ ਜਿਹੜੀਆਂ ਲੈਫਟ ਹੁੰਦੀਆਂ ਇਹ ਅਕਸਰ ਗਰੀਬ ਲੋਕਾਂ ਦਾ ਫੇਵਰ ਕਰਦੀਆਂ ਨੇ, ਗਰੀਬ ਲੋਕਾਂ ਦਾ ਪੱਖ ਕਰਦੀਆਂ ਨੇ। ਹੈਲਪਲੈਸ ਜਿਹੜੇ ਮਦਦਹੀਣ ਹੈ ਉਹਨਾਂ ਦੀ ਮਦਦ ਕਰਦੀਆਂ ਨੇ, ਸਪੋਰਟ ਕਰਦੀਆਂ ਨੇ ਅਤੇ ਇਹ ਗੌਰਮੈਂਟ ਦੀਆਂ ਪੋਲਸੀਆਂ ਦਾ ਸਪੋਰਟ ਕਰਦੀਆਂ ਨੇ, ਜਿਹੜੀਆਂ ਪੂਅਰ ਦੇ ਹੱਕ ਵਿੱਚ ਲੈ ਕੇ ਆਉਂਦੀਆਂ ਜਾਂਦੀਆਂ ਨੇ। ਠੀਕ ਹੈ ਜੀ। ਤਾਂ ਲੈਫਟ ਪਾਰਟੀਜ਼ ਉਹ ਹੁੰਦੀਆਂ ਨੇ ਜਿਹੜੀਆਂ ਗਰੀਬਾਂ ਦਾ ਫੇਵਰ ਕਰਦੀਆਂ ਨੇ, ਜਿਹੜੀਆਂ ਉਹਨਾਂ ਪੋਲਸੀਆਂ ਦਾ ਫੇਵਰ ਕਰਦੀਆਂ ਨੇ ਜਿਹੜੀ ਲੋਕਾਂ ਦੀ ਭਲਾਈ ਵਾਸਤੇ, ਗਰੀਬ ਲੋਕਾਂ ਦੀ ਭਲਾਈ ਵਾਸਤੇ ਲੈ ਕੇ ਆਉਂਦੀਆਂ ਜਾਂਦੀਆਂ ਨੇ। ਠੀਕ ਹੈ ਜੀ, ਉਹ ਲੈਫਟ ਪਾਰਟੀਆਂ ਹੁੰਦੀਆਂ ਨੇ। ਵੈਸੇ ਲੈਫਟ ਪਾਰਟੀਆਂ ਨਾਲ ਹੋਰ ਵੀ ਤੁਸੀਂ ਜੋੜ ਸਕਦੇ ਹੋ। ਲੈਫਟ ਪਾਰਟੀ ਇਹ ਚਾਹੁੰਦੀ ਹੈ ਵੀ ਇਕੋਨਮੀ ਦੇ ਵਿੱਚ ਗੌਰਮੈਂਟ ਦਾ ਪੂਰੀ ਤਰ੍ਹਾਂ ਕੰਟਰੋਲ ਹੋਣਾ ਚਾਹੀਦਾ ਹੈਗਾ। ਐਗਰੀਕਲਚਰ 'ਤੇ ਜ਼ਿਆਦਾ ਜ਼ੋਰ ਹੋਣਾ ਚਾਹੀਦਾ ਹੈਗਾ, ਛੋਟੀ ਇੰਡਸਟਰੀ 'ਤੇ ਜ਼ਿਆਦਾ ਜ਼ੋਰ ਹੋਣਾ ਚਾਹੀਦਾ ਹੈਗਾ ਅਤੇ ਘੱਟੋ ਘੱਟ ਇਨਵੈਸਟਮੈਂਟ ਜਿਹੜੀ ਦੇਸ਼ ਦੇ ਵਿੱਚ ਇਨਵੈਸਟਮੈਂਟ ਹੋਵੇ ਉਹ ਡੋਮੈਸਟਿਕ ਹੀ ਹੋਵੇ। ਦੇਸ਼ ਦੀ ਲੋਕ ਹੀ ਦੇਸ਼ ਦੇ ਵਿੱਚ ਕੰਪਨੀ ਸਟੈਬਲਿਸ਼ ਕਰਨ। ਫੋਰਨ ਇਨਵੈਸਟਮੈਂਟ ਫਰੀਲੀ ਓਪਨ ਮਾਰਕੀਟ ਓਪਰੇਸ਼ਨ ਨੂੰ ਇਹ ਅਲਾਓ ਨਹੀਂ ਕਰਦੇ। ਇਹ ਹੁੰਦੀ ਹੈ ਵੀ ਲੈਫਟ ਪਾਰਟੀ। ਠੀਕ ਹੈ ਵੀ, ਲੈਫਟ ਪਾਰਟੀ ਸੋਸ਼ਲਿਜ਼ਮ ਦੇ ਬਹੁਤ ਨੇੜੇ ਹੈ। ਚਲੋ ਅੱਗੇ ਚੱਲਦੇ ਹਾਂ ਵੀ ਰਾਈਟ ਪਾਰਟੀ। ਰਾਈਟ ਪਾਰਟੀਆਂ ਵੀ ਸੱਜੇ ਪੱਖੀ ਪਾਰਟੀਆਂ ਕਿਹੜੀਆਂ ਹੁੰਦੀਆਂ ਨੇਗੀਆਂ, ਇਹ ਉਹਦੇ ਉਲਟ ਹੈ। ਜਿਵੇਂ ਦਾ ਰਾਈਟ ਰੈਫਰਸ ਟੂ ਦੋਜ਼ ਹੂ ਬਲੀਵ ਦੈਟ ਫਰੀ ਕੰਪੀਟੀਸ਼ਨ ਐਂਡ ਮਾਰਕੀਟ ਇਕੋਨਮੀ ਅਲੋਨ ਇਨਸ਼ੋਰ ਪ੍ਰੋਗਰੈਸ ਐਂਡ ਦੈਟ ਦਾ ਗੌਰਮੈਂਟ ਸ਼ੁੱਡ ਨਾਟ ਅਨਨੈਸੈਸਰੀ ਇੰਟਰਫੇਅਰ ਇਨ ਦਾ ਇਕੋਨਮੀ। ਵੀ ਰਾਈਟ ਉਹਨਾਂ ਦਾ ਪੱਖ ਕਰਦੀਆਂ ਵੀ ਇਹ ਵਿਸ਼ਵਾਸ ਕਰਦੇ ਹਾਂ ਵੀ ਇੱਕ ਤਾਂ ਖੁੱਲ੍ਹਾ ਮੁਕਾਬਲਾ ਹੋਵੇ, ਵੀ ਫਰੀ ਕੰਪੀਟੀਸ਼ਨ ਹੋਵੇ। ਇੱਕ ਜਿਹੜੀ ਮਾਰਕੀਟ ਹੈ, ਮਾਰਕੀਟ ਇਕੋਨਮੀ ਨੂੰ ਉਹਦਾ ਜਿਹੜਾ ਮਾਰਕੀਟ ਜਿਹੜੀ ਇਕੋਨਮੀ ਹੈਗੀ ਪ੍ਰੋਗਰੈਸ ਹੀ, ਇਕੱਲੀ ਪ੍ਰੋਗਰੈਸ ਇਨਸ਼ੋਰ ਕਰਨਾ ਹੀ ਉਹਦਾ ਕੰਮ ਹੋਣਾ ਚਾਹੀਦਾ ਹੈਗਾ। ਵੀ ਅੱਗੇ ਵਧਣਾ ਹੀ ਉਹਦਾ ਕੰਮ ਹੋਣਾ ਚਾਹੀਦਾ ਹੈਗਾ ਅਤੇ ਗੌਰਮੈਂਟ ਨੂੰ ਚਾਹੀਦਾ ਹੈਗਾ ਵੀ ਉਹ ਗੈਰ ਜ਼ਰੂਰੀ ਇਕੋਨਮੀ ਦੇ ਵਿੱਚ ਇੰਟਰਫੇਅਰ, ਦਖਲ ਅੰਦਾਜ਼ੀ ਨਾ ਕਰੇ। ਜ਼ਰੂਰੀ ਕਰੇ, ਗੈਰ ਜ਼ਰੂਰੀ ਬਿਲਕੁਲ ਹੀ ਨਾ ਕਰੇ। ਉਹ ਹੁੰਦੀ ਹੈ ਵੀ ਰਾਈਟ ਪਾਰਟੀ। ਤਾਂ ਰਾਈਟ ਪਾਰਟੀ ਵੈਸੇ ਵੀ ਫੋਰਨ ਡਾਇਰੈਕਟ ਇਨਵੈਸਟਮੈਂਟ ਨੂੰ ਜ਼ਿਆਦਾ ਚਾਹੁੰਦੀ ਹੈ ਵੀ ਬਾਹਰੋਂ ਬਹੁਤ ਸਾਰੇ ਵੱਡੇ ਵੱਡੇ ਪੂੰਜੀਪਤੀ ਆਉਣ ਦੇਸ਼ ਦੇ ਵਿੱਚ ਇਨਵੈਸਟ ਕਰਨ, ਵੱਡੀਆਂ ਵੱਡੀਆਂ ਇੰਡਸਟਰੀਆਂ ਲੱਗਣ, ਵੀ ਲਾਰਜ ਸਕੇਲ ਇੰਡਸਟਰੀ ਲੱਗੇ ਅਤੇ ਦੇਸ਼ ਜ਼ਿਆਦਾ ਐਕਸਪੋਰਟ ਕਰੇ, ਇੰਪੋਰਟ ਕਰੇ। ਇਹ ਰਾਈਟ ਪਾਰਟੀ ਦਾ ਮੇਨ ਫੰਕਸ਼ਨ ਨੇ। ਠੀਕ ਹੈ ਜੀ। ਵੈਸੇ ਇੰਡੀਆ 'ਚ ਸੋਚਿਆ ਜਾਂਦਾ ਵੀ ਜਿਹੜੀ ਕਾਂਗਰਸ ਪਾਰਟੀ ਹੈ, ਇੰਡੀਅਨ ਨੈਸ਼ਨਲ ਕਾਂਗਰਸ, ਉਹ ਲੈਫਟ ਪਾਰਟੀ ਹੈ ਅਤੇ ਵੈਸੇ ਇਹਨਾਂ ਦੀ ਵਿਚਾਰਧਾਰਾ ਪੂਰੀ ਤਰ੍ਹਾਂ ਸਮਝ ਆਉਂਦੀ ਹੋਈ ਨਹੀਂ ਕਿਸੇ ਪਾਰਟੀ ਦੀ, ਪਰ ਮੰਨਿਆ ਜਾਂਦਾ ਵੀ ਲੈਫਟ ਪਾਰਟੀ। ਵੈਸੇ ਤਾਂ ਜਿਹੜੇ CPI-M ਜਾਂ CPI-ML ਸੀਗੀਆਂ ਉਹ ਲੈਫਟ ਪਾਰਟੀਆਂ ਸੀਗੀਆਂ। ਸਮੇਂ ਸਮੇਂ 'ਤੇ ਇਹਨਾਂ ਦੀ ਵਿਚਾਰਧਾਰਾ ਚੇਂਜ ਹੁੰਦੀ ਰਹਿੰਦੀ, ਪਰ ਕਾਂਗਰਸ ਪਾਰਟੀ ਨੂੰ ਵੀ ਲੈਫਟ ਪਾਰਟੀ ਮੰਨਿਆ ਜਾਂਦਾ ਹੈਗਾ। ਰਾਈਟ ਪਾਰਟੀ BJP ਨੂੰ ਮੰਨਿਆ ਜਾਂਦਾ ਹੈਗਾ, ਪਰ ਪੂਰੀ ਤਰ੍ਹਾਂ BJP ਵੀ ਰਾਈਟ ਪਾਰਟੀ ਨਹੀਂ ਹੈਗੀ। ਠੀਕ ਹੈ ਜੀ। ਚਲੋ ਅੱਗੇ ਵੱਧਦੇ ਹਾਂ ਵੀ ਆਈਡੀਆ ਆਫ ਡਿਵੈਲਪਮੈਂਟ। ਹਾਂਜੀ, ਡਿਵੈਲਪਮੈਂਟ ਦਾ ਆਈਡੀਆ ਕੀ ਹੈਗਾ। ਆਫਟਰ ਇੰਡੀਪੈਂਡੈਂਸ ਇੰਡੀਆ ਹੈਡ ਟੂ ਮਾਡਲਸ ਆਫ ਮਾਡਰਨ ਡਿਵੈਲਪਮੈਂਟ, ਦਾ ਲਿਬਰਲ ਕੈਪੀਟਲਿਸਟ ਮਾਡਲ ਐਂਡ ਦਾ ਸੋਸ਼ਲਿਸਟ ਮਾਡਲ। ਜਦੋਂ ਦੇਸ਼ ਆਜ਼ਾਦ ਹੋਇਆ ਵੀ ਤਾਂ ਇੰਡੀਆ ਦੇ ਸਾਹਮਣੇ ਦੋ ਮਾਡਲ ਸੀਗੇ। ਇੱਕ ਤਾਂ ਸੀਗਾ ਲਿਬਰਲ ਕੈਪੀਟਲਿਸਟ ਮਾਡਲ, ਪੂੰਜੀਵਾਦੀ ਮਾਡਲ ਸੀਗਾ ਵੀ ਜਿਹਦੇ ਵਿੱਚ ਸਾਰਾ ਕੁਛ ਪ੍ਰਾਈਵੇਟ ਹੋਊਗਾ। ਇੱਕ ਸੀਗਾ ਸੋਸ਼ਲਿਸਟ ਮਾਡਲ ਜਿਹਦੇ ਵਿੱਚ ਸਾਰਾ ਕੁਛ ਸਰਕਾਰੀ ਹੋਊਗਾ, ਵੀ ਸਰਕਾਰ ਦੀ ਇੰਟਰਫੇਅਰ ਬਹੁਤ ਜ਼ਿਆਦਾ ਹੋਊਗੀ ਅਤੇ ਕੈਪੀਟਲ ਦੇ ਵਿੱਚ ਸਰਕਾਰ ਦੀ ਇੰਟਰਫੇਅਰ ਬਹੁਤ ਘੱਟ ਹੁੰਦੀ ਹੈਗੀ। ਹਾਂਜੀ, ਅੱਗੇ ਵੱਧਦੇ ਹਾਂ ਵੀ ਬਟ ਇੰਡੀਆ ਡਿਡ ਨਾਟ ਅਡੋਪਟ ਦੀਜ਼ ਟੂ ਮਾਡਲਸ, ਇੰਡੀਆ ਅਡੋਪਟਡ ਮਿਕਸਡ ਇਕੋਨਮੀ। ਇੰਡੀਆ ਨੇ ਦੋਨੇ ਮਾਡਲ ਹੀ ਨਹੀਂ ਅਪਣਾਏ ਹੈਗੇ, ਇੰਡੀਆ ਨੇ ਦੋਨਾਂ ਦਾ ਮਿਕਸ ਅਪਣਾ ਲਿਆ। ਕੁਝ ਚੀਜ਼ਾਂ ਇੰਡੀਆ ਨੇ ਕੈਪੀਟਲਿਸਟ ਮਾਡਲ ਦੇ ਵਿੱਚੋਂ ਲੈ ਲਈਆਂ, ਕੁਝ ਚੀਜ਼ਾਂ ਇੰਡੀਆ ਨੇ ਸੋਸ਼ਲਿਸਟ ਮਾਡਲ ਦੇ ਵਿੱਚੋਂ ਲੈ ਲਈਆਂ। ਦੇਖੋ ਕੈਪੀਟਲ ਮਾਡਲ ਇਹ ਕਹਿੰਦਾ ਵੀ ਜ਼ਿਆਦਾਤਰ ਪ੍ਰਾਈਵੇਟ ਪ੍ਰੋਪਰਟੀ ਹੋਊਗੀ, ਪ੍ਰਾਈਵੇਟ ਹੀ ਇੰਡਸਟਰੀ ਹੋਊਗੀ, ਪ੍ਰਾਈਵੇਟ ਹੀ ਕੰਪਨੀਆਂ ਸੜਕਾਂ ਬਣਾਉਣਗੀਆਂ, ਟਰਾਂਸਪੋਰਟ ਵਗੈਰਾ, ਪ੍ਰਾਈਵੇਟ ਕੰਪਨੀਆਂ ਹੀ ਸਕੂਲ ਕਾਲਜ ਬਣਾਉਣਗੀਆਂ, ਪ੍ਰਾਈਵੇਟ ਕੰਪਨੀਆਂ ਹੀ ਬਾਹਰ ਇੰਪੋਰਟ ਐਕਸਪੋਰਟ ਨੂੰ ਡੀਲ ਕਰਨਗੀਆਂ। ਤਾਂ ਉੱਥੇ ਪ੍ਰਾਈਵੇਟ ਜ਼ਿਆਦਾ ਹੁੰਦਾ ਹੈਗਾ ਅਤੇ ਸਰਕਾਰ ਦੀ ਦਖਲਅੰਦਾਜ਼ੀ ਨਾ ਦੇ ਬਰਾਬਰ ਹੁੰਦੀ ਹੈ। ਅਤੇ ਦੂਜੇ ਪਾਸੇ ਸੋਸ਼ਲਿਸਟ ਮਾਡਲ ਦੇ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਜ਼ਿਆਦਾ ਹੁੰਦੀ ਹੈ। ਉੱਥੇ ਜੇ ਇੰਡਸਟਰੀ ਲੱਗੂ ਸਰਕਾਰ ਲਗਵਾਊਗੀ, ਜੇ ਖੇਤੀਬਾੜੀ ਕਰਾਊਗੀ ਸਰਕਾਰ ਕਰਵਾਊਗੀ ਅਤੇ ਹੋਰ ਵੀ ਜਿਹੜੀਆਂ ਗੌਰਮੈਂਟ ਪੋਲਿਸੀਜ਼ ਆਉਣਗੀਆਂ ਉਹਨਾਂ ਰਾਹੀਂ ਸਰਕਾਰ ਲੋਕਾਂ ਦੇ ਵਿੱਚ ਜਾਂ ਇਕੋਨਮੀ ਦੇ ਵਿੱਚ ਇੰਟਰਫੇਅਰ ਜ਼ਿਆਦਾ ਕਰਦੀ ਹੈ। ਤਾਂ ਸਰਕਾਰੀ ਕੰਟਰੋਲ ਜ਼ਿਆਦਾ ਰਹਿੰਦਾ ਇਕੋਨਮੀ ਦੇ ਵਿੱਚ, ਤਾਂ ਉਹ ਹੁੰਦਾ ਗਾ ਸੋਸ਼ਲਿਸਟ ਮਾਡਲ। ਬਟ ਇੰਡੀਆ ਨੇ ਦੋਨਾਂ ਮਾਡਲ ਦੇ ਵਿੱਚ ਥੋੜ੍ਹੀਆਂ ਥੋੜ੍ਹੀਆਂ ਚੀਜ਼ਾਂ ਲੈ ਲਈਆਂ ਅਤੇ ਇੰਡੀਆ ਨੇ ਅਪਣਾਇਆ ਮਿਕਸ ਮਾਡਲ। ਹਾਂਜੀ, ਮਿਕਸ ਇਕੋਨਮੀ ਮਾਡਲ ਲੈ ਕੇ ਆਉਂਦਾ। ਵੈਸੇ
47 ਤੋਂ ਪਹਿਲਾਂ ਹੀ, ਆਪਣੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਇੰਡੀਆ ਦੇ ਵਿੱਚ ਇਹਦੇ ਲਈ ਚਰਚਾ ਹੋਣੀ ਸ਼ੁਰੂ ਹੋ ਗਈ ਸੀਗੀ ਵੀ ਕਿ ਇੰਡੀਆ ਦੇ ਵਿੱਚ ਆਪਾਂ ਕਿਹੜਾ ਮਾਡਲ ਅਪਣਾਉਣਾ ਗਾ। ਤਾਂ 1938 ਦੇ ਵਿੱਚ ਇੰਡੀਆ ਦੇ ਵਿੱਚ ਇੱਕ ਨੈਸ਼ਨਲ ਡਿਵੈਲਪਮੈਂਟ ਕਾਨਫਰੰਸ ਹੋਈ ਸੀਗੀ। ਹੁਣ ਮੇਰੇ ਪੂਰੀ ਤਰ੍ਹਾਂ ਯਾਦ ਨਹੀਂ ਹੈਗੀ ਉਹ, ਥੋੜ੍ਹਾ ਮੈਨੂੰ ਸ਼ਾਇਦ ਇਹੋ ਜਿਹਾ ਕੁਛ ਹੀ ਸੀ। ਉਹਦੇ ਚੇਅਰਮੈਨ ਜਵਾਹਰ ਲਾਲ ਨਹਿਰੂ ਹੀ ਬਣੇ ਸੀਗੇ। ਉਹਦੇ ਵਿੱਚ ਕੋਸ਼ਿਸ਼ ਕੀਤੀ ਗਈ ਸੀ ਵੀ ਇੰਡੀਆ ਦੇ ਵਿੱਚ ਮਾਡਲ ਕਿਹੜਾ ਅਪਣਾਈਏ, ਵੀ ਆਪਾਂ ਐਗਰੀਕਲਚਰ ਕੌਣ ਸਥਾਪਿਤ ਕਰੂਗਾ, ਆਪਾਂ ਐਗਰੀਕਲਚਰ 'ਤੇ ਧਿਆਨ ਦੇਈਏ ਕਿ ਇੰਡਸਟਰੀ 'ਤੇ ਧਿਆਨ ਦੇਈਏ, ਆਪਾਂ ਰੂਰਲ ਦੀ ਡਿਵੈਲਪਮੈਂਟ ਕਿਵੇਂ ਕਰਾਂਗੇ। ਇਸ ਤਰ੍ਹਾਂ ਦੀਆਂ ਕੁਛ ਗੱਲਾਂ ਉਹਦੇ 'ਚ ਡਿਸਕਸ ਕੀਤੀਆਂ ਸੀ ਇਹਨਾਂ ਨੇ। ਨੈਸ਼ਨਲ ਕਾਊਂਸਲ ਸੀ ਸ਼ਾਇਦ, ਕੋਈ ਪਤਾ ਨਹੀਂ ਇਹੋ ਜਿਹਾ ਕੁਛ ਸੀਗਾ। ਫਿਰ ਇਸ ਤੋਂ ਬਾਅਦ ਬੋਂਬੇ ਪਲਾਨ ਆਇਆ ਸੀਗਾ ਵੀ 1944 ਦੇ ਵਿੱਚ। 1944 ਦੇ ਵਿੱਚ ਹੀ ਗਾਂਧੀਅਨ ਪਲਾਨ ਆਇਆ ਸੀਗਾ। ਇੱਕ 1950 ਦੇ ਵਿੱਚ ਦਾ ਪੀਪਲ ਪਲਾਨ ਆਇਆ ਸੀਗਾ। ਇਸ ਤਰ੍ਹਾਂ ਕੁਝ ਪਲਾਨ ਆਏ ਸੀਗੇ। ਜਿਹੜਾ ਬੋਂਬੇ ਪਲਾਨ ਸੀ ਉਹਦੇ ਵਿੱਚ ਵੱਡੇ ਵੱਡੇ ਇੰਡਸਟਰੀਲਿਸਟ ਇਕੱਠੇ ਹੋਏ ਸੀ। ਉਹਨਾਂ ਨੇ ਸੋਚਿਆ ਸੀਗਾ ਵੀ ਇੰਡੀਆ ਦੇ ਵਿੱਚ ਇੰਡਸਟਰੀ ਆਪਾਂ ਕਿਵੇਂ ਸੈਟਅਪ ਕਰਨੀ ਹੈ, ਇੰਡਸਟਰੀ ਨੂੰ ਮੋਡਰਨ ਕਿਵੇਂ ਕਰਨਾ ਹੈ, ਲੋਕਾਂ ਨੂੰ ਰੁਜ਼ਗਾਰ ਕਿਵੇਂ ਦੇਣਾ ਹੈ, ਰੁਜ਼ਗਾਰ 'ਚ ਵਾਧਾ ਕਿਵੇਂ ਕਰਨਾ ਹੈ, ਦੇਸ਼ ਨੂੰ ਡਿਵੈਲਪਮੈਂਟ ਕਿਵੇਂ ਕਰਨੀ ਹੈ, ਇਹਦੀ ਗੱਲ ਕੀਤੀ ਗਈ ਸੀ ਬੋਂਬੇ ਪਲਾਨ ਦੇ ਵਿੱਚ। ਤਾਂ ਇਸ ਤਰ੍ਹਾਂ ਚੱਲਦੇ ਚੱਲਦੇ ਵੀ ਆਪਾਂ 1950 'ਤੇ ਪਹੁੰਚਾਂਗੇ ਅਤੇ 50 ਦੇ ਵਿੱਚ ਬਣ ਜੂਗਾ ਆਪਣਾ ਪਲੈਨਿੰਗ ਕਮਿਸ਼ਨ। ਅਤੇ ਪਲੈਨਿੰਗ ਕਮਿਸ਼ਨ 1950 'ਚ ਬਣੂਗਾ। ਅਤੇ ਪਲੈਨਿੰਗ ਕਮਿਸ਼ਨ ਇੱਕ ਥਿੰਕ ਟੈਂਕ ਹੀ ਸੀਗਾ ਜਿਹੜਾ ਕਿ 5 ਈਅਰ ਪਲਾਨ ਨੂੰ ਕਿਵੇਂ ਬਣਾਉਣਾ ਅਤੇ ਕਿਵੇਂ ਲਾਗੂ ਕਰਨਾ ਹੈ, ਉਹਦਾ ਵਿਸ਼ਲੇਸ਼ਣ ਕਿਵੇਂ ਕਰਨਾ ਹੈ, ਉਹਦਾ ਇਹੀ ਕੰਮ ਸੀਗਾ। ਅਤੇ ਇਹ ਅੱਗੇ ਆਊਗਾ, ਆਪਾਂ ਦੇਖਦੇ ਹਾਂਗੇ। ਹਾਂਜੀ, ਉਹਦੇ ਤਹਿਤ ਹੀ ਆਪਣੇ 5 ਈਅਰ ਪਲਾਨ ਆਉਣਗੇ ਅਤੇ 5 ਈਅਰ ਪਲਾਨ 12 ਆਉਣਗੇ। ਚਲੋ, ਬੋਂਬੇ ਪਲਾਨ, ਇੱਥੇ ਸਿੱਧਾ ਬੋਂਬੇ ਪਲਾਨ ਦਿੱਤਾ ਹੋਇਆ ਵੀ A section of the big industrialists got together in 1944 and drafted a joint proposal for setting up a planned economy in the country. It was called the Bombay Plan. ਵੀ ਇੱਕ ਵੱਡੇ ਇੰਡਸਟਰੀਲਿਸਟਾਂ ਦਾ ਇੱਕ ਸੈਕਸ਼ਨ ਹੈ ਜਿਹੜਾ ਵੀ 1944 ਦੇ ਵਿੱਚ ਬੋਂਬੇ ਸ਼ਹਿਰ ਦੇ ਵਿੱਚ ਇਕੱਠਾ ਹੋਇਆ ਸੀਗਾ। ਉਹਨਾਂ ਨੇ ਇੱਕ ਜੁਆਇੰਟ ਪ੍ਰਪੋਜ਼ਲ ਡਰਾਫਟ ਕੀਤਾ ਅਤੇ ਜਿਹਦੇ ਵਿੱਚ ਪਲੈਨਡ ਇਕੋਨਮੀ ਨੂੰ ਸੈਟਅਪ ਕੀਤਾ ਜਾ ਸਕੇ ਦੇਸ਼ ਦੇ ਵਿੱਚ। ਇਹਦੇ ਦੇ ਲਈ ਇੱਕ ਪ੍ਰਪੋਜ਼ਲ ਤਿਆਰ ਕੀਤਾ ਗਿਆ ਸੀ। ਇਸੇ ਨੂੰ ਹੀ ਬੋਂਬੇ ਪਲਾਨ ਕਿਹਾ ਜਾਂਦਾ। ਤੁਸੀਂ ਬੱਚੇ ਉਹਦੇ 'ਚ ਕੁਝ ਹੋਰ ਲੈਣਾ ਇਹ ਲਿਖ ਸਕਦੇ ਹੋ ਕਿ ਇਹਦੇ ਵਿੱਚ ਇੰਡਸਟਰੀ ਨੂੰ ਮੋਡਰਨ ਕਿਵੇਂ ਕੀਤਾ ਜਾਵੇ, ਮੋਡਰਨ ਟੈਕਨੋਲੋਜੀ ਨੂੰ ਇੰਡੀਅਨ ਇੰਡਸਟਰੀ ਦੇ ਵਿੱਚ ਕਿਵੇਂ ਲਿਆਂਦਾ ਜਾਵੇ, ਇਹਦੇ 'ਤੇ ਵੀ ਚਰਚਾ ਕੀਤੀ ਗਈ ਸੀ। ਅਤੇ ਇਹਦੇ 'ਚ ਆਪਾਂ ਰੁਜ਼ਗਾਰ ਨੂੰ ਜਨਰੇਟ ਕਿਵੇਂ ਕਰ ਸਕਦੇ ਹਾਂ, ਇਨਵੈਸਟਮੈਂਟ ਨੂੰ ਕਿਵੇਂ ਜ਼ਿਆਦਾ ਲਿਆ ਸਕਦੇ ਹਾਂ ਇੰਡੀਆ ਦੇ ਵਿੱਚ, ਇਹਦੇ 'ਤੇ ਵੀ ਚਰਚਾ ਕੀਤੀ ਗਈ ਸੀ। ਵੀ ਆਪਾਂ ਨੂੰ ਲਾਰਜ ਸਕੇਲ ਇੰਡਸਟਰੀ ਲਾਉਣੀ ਚਾਹੀਦੀ ਹੈ ਜਾਂ ਸਮੋਲ ਸਕੇਲ ਇੰਡਸਟਰੀ ਲਾਉਣੀ ਚਾਹੀਦੀ ਹੈ, ਇਹਦੇ 'ਤੇ ਵੀ ਚਰਚਾ ਕੀਤੀ ਗਈ ਸੀ। The Bombay Plan wanted the state to take major initiative in industrial and other economic investment. Bombay Plan ਇਹ ਵੀ ਚਾਹੁੰਦਾ ਸੀਗਾ ਵੀ ਜਿਹੜੀ ਸਰਕਾਰ ਹੈ ਉਹ ਜ਼ਿਆਦਾ ਇਨੀਸ਼ੀਏਟਿਵ ਲਵੇ, ਜ਼ਿਆਦਾ ਪਹਿਲ ਕਰੇ ਤਾਂ ਕਿ ਇੰਡਸਟਰੀ ਕਾਹਦੇ 'ਚ ਪਹਿਲ ਕਰੇ, ਇੰਡਸਟਰੀਅਲ ਸੈਕਟਰ ਦੇ ਵਿੱਚ ਅਤੇ ਇਕਨੋਮਿਕ ਇਨਵੈਸਟਮੈਂਟ ਦੇ ਵਿੱਚ। ਇਹਦੇ ਲਈ ਜ਼ਿਆਦਾ ਪਹਿਲ ਕਰੇ ਕਿ ਦੇਸ਼ ਦੇ ਵਿੱਚ ਵੱਧ ਤੋਂ ਵੱਧ ਇਨਵੈਸਟਮੈਂਟ ਲਿਆਂਦੀ ਜਾ ਸਕੇ ਅਤੇ ਇੰਡਸਟਰੀ ਸੈਟਅਪ ਕੀਤੀ ਜਾ ਸਕੇ। ਹਾਂਜੀ, ਇਹ ਸੀਗਾ ਬੋਂਬੇ ਪਲਾਨ। ਬੋਂਬੇ ਪਲਾਨ 1944 'ਚ ਆਇਆ। ਤੁਹਾਨੂੰ ਛੋਟਾ ਸਵਾਲ ਆ ਸਕਦਾ ਵੀ ਬੋਂਬੇ ਪਲਾਨ ਕੌਣ ਲੈ ਕੇ ਆਇਆ ਸੀ? ਇੰਡਸਟਰੀਅਲਿਸਟ ਲੈ ਕੇ ਆਏ ਸੀ, ਟਾਟਾ ਵਰਗੇ ਅਤੇ JRD ਟਾਟਾ ਅਤੇ ਸ਼ਾਇਦ ਦੂਸਰਾ ਇੱਕ ਪਤਾ ਨਹੀਂ ਬਿਰਲਾ ਸੀਗਾ, ਵੀ ਹੁਣ ਮੇਰੇ ਧਿਆਨ 'ਚ ਨਹੀਂ ਹੈਗਾ ਉਹ। ਹਾਂਜੀ, ਅੱਗੇ ਹੈ ਵੀ ਪਲੈਨਿੰਗ ਕਮਿਸ਼ਨ। ਹਾਂਜੀ, ਦਾ ਪਲੈਨਿੰਗ ਕਮਿਸ਼ਨ ਵਾਜ ਸੈਟਅਪ ਇਨ ਦਾ ਮਾਰਚ 1950। ਜਿਹੜਾ ਪਲੈਨਿੰਗ ਕਮਿਸ਼ਨ ਸੀਗਾ ਇਹ ਮਾਰਚ 1950 ਦੇ ਵਿੱਚ ਸੈਟਅਪ ਕੀਤਾ ਗਿਆ ਵੀ। ਦ ਚੇਅਰਮੈਨ ਆਫ ਦਾ ਪਲੈਨਿੰਗ ਕਮਿਸ਼ਨ ਇਜ਼ PM ਆਫ ਇੰਡੀਆ। ਜਿਹੜੇ ਪਲੈਨਿੰਗ ਕਮਿਸ਼ਨ ਦੇ ਚੇਅਰਮੈਨ ਹੁੰਦੇ ਸੀਗੇ ਉਹ PM ਹੁੰਦੇ ਸੀਗੇ। ਹਾਂਜੀ, ਇਟਸ ਮੇਨ ਫੰਕਸ਼ਨ ਵਾਜ ਇੰਪਲੀਮੈਂਟਡ ਐਂਡ ਕੰਟਰੋਲ ਦਾ 5 ਈਅਰ ਪਲਾਨਸ। ਇਹਨਾਂ ਦਾ ਜਿਹੜਾ ਮੇਨ ਫੰਕਸ਼ਨ ਸੀਗਾ ਉਹ 5 ਈਅਰ ਪਲਾਨ ਨੂੰ ਇੰਪਲੀਮੈਂਟ ਕਰਨਾ ਅਤੇ ਉਹਨੂੰ ਕੰਟਰੋਲ ਕਰਨਾ ਸੀਗਾ ਵੀ। ਤਾਂ ਪਲੈਨਿੰਗ ਕਮਿਸ਼ਨ ਬਾਏ ਨੋਨ ਕੌਂਸਟੀਟਿਊਸ਼ਨਲ ਬੋਡੀ। ਪਲੈਨਿੰਗ ਕਮਿਸ਼ਨ ਦਾ ਭਾਰਤੀ ਸੰਵਿਧਾਨ ਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਵੀ। ਇਹ ਇੱਕ ਸਟੈਚੂਟਰੀ ਬੋਡੀ ਸੀ। ਇਹ ਬਾਅਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਾਨੂੰਨ ਪਾਸ ਕਰਕੇ ਬਣਾਇਆ ਗਿਆ ਸੀਗਾ। ਪਲੈਨਿੰਗ ਕਮਿਸ਼ਨ ਵੈਸੇ ਇੱਕ ਥਿੰਕ ਟੈਂਕ ਸੀਗਾ। ਪਲੈਨਿੰਗ ਕਮਿਸ਼ਨ ਸਿਰਫ ਇਹ ਦੱਸਦਾ ਸੀਗਾ ਵੀ 5 ਈਅਰ ਪਲਾਨ ਨੂੰ ਲਾਗੂ ਕਿਵੇਂ ਕਰਨਾ ਗਾ, ਅਤੇ 5 ਈਅਰ ਪਲਾਨ ਫੇਲ ਹੋਇਆ ਜਾਂ ਪਾਸ ਹੋਇਆ ਉਹਦੇ 'ਤੇ ਚਰਚਾ ਕਰਦਾ ਸੀਗਾ। ਹਾਂਜੀ, ਪਲੈਨਿੰਗ ਕਮਿਸ਼ਨ ਬਾਅਦ ਦੇ ਵਿੱਚ ਥੋੜ੍ਹਾ ਜਿਹਾ ਹੋਰ ਮੈਂ ਦੱਸਦਾ ਤੁਹਾਨੂੰ ਕੁਝ ਗੱਲਾਂ। ਜਿਹੜਾ ਪਲੈਨਿੰਗ ਕਮਿਸ਼ਨ ਸੀਗਾ ਵੀ ਇਹਦੇ ਤਹਿਤ ਆਪਣੀ ਪਹਿਲੀ 5 ਸਾਲ ਯੋਜਨਾ 1951 ਦੇ ਵਿੱਚ ਆਊਗੀ। ਪਹਿਲੀ 5 ਸਾਲਾ ਯੋਜਨਾ ਸੀ 1951 ਤੋਂ ਲੈ ਕੇ 56 ਤੱਕ ਆਊਗੀ। ਜਿਹੜੇ ਆਪਾਂ 5 ਈਅਰ ਪਲਾਨ ਲੈ ਕੇ ਆਏ ਹਾਂ ਇਹ ਰਸ਼ੀਆ ਦੇ ਆਧਾਰਿਤ ਸੀ, USSR ਦੇ ਆਧਾਰਿਤ ਸੀ। USSR ਦੇ ਵਿੱਚ 1928 ਦੇ ਵਿੱਚ ਪਹਿਲਾ 5 ਈਅਰ ਪਲਾਨ ਆਇਆ ਸੀ। ਜਿਹੜਾ ਇੰਡੀਆ ਦੇ ਵਿੱਚ ਪਹਿਲਾ 5 ਈਅਰ ਪਲਾਨ ਆਇਆ ਉਹਦਾ ਜ਼ਿਆਦਾ ਧਿਆਨ ਖੇਤੀਬਾੜੀ 'ਤੇ ਸੀ ਵੀ ਆਪਾਂ ਖੇਤੀਬਾੜੀ ਨੂੰ ਅੱਗੇ ਲੈ ਕੇ ਜਾਣਾ, ਖੇਤੀਬਾੜੀ ਨੂੰ ਅੱਗੇ ਵਧਾਉਣਾ ਗਾ। ਖੇਤੀਬਾੜੀ 'ਤੇ ਜ਼ੋਰ ਦਿੱਤਾ ਗਿਆ ਸੀ। ਉਹ 'ਚ ਵੱਡੇ ਡੈਮ ਵਗੈਰਾ, ਇਰੀਗੇਸ਼ਨ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਊਗਾ। ਜਿਹੜਾ ਦੂਜਾ 5 ਈਅਰ ਪਲਾਨ ਸੀਗਾ ਉਹਦੇ 'ਤੇ ਲਾਰਜ ਸਕੇਲ ਇੰਡਸਟਰੀ 'ਤੇ ਜ਼ੋਰ ਦਿੱਤਾ ਗਿਆ ਸੀਗਾ। ਵੱਡੀਆਂ ਵੱਡੀਆਂ ਇੰਡਸਟਰੀਆਂ ਲੱਗਣਗੀਆਂ ਉਹਦੇ 'ਚ, ਆਪਣੇ ਸਟੀਲ ਪਲਾਂਟ ਲੱਗਣਗੇ। ਹਾਂਜੀ, ਇਸੇ ਤਰ੍ਹਾਂ ਇੱਕ 5ਵੀਂ 5 ਸਾਲਾ ਯੋਜਨਾ ਆਈ ਸੀ ਉਹਦੇ ਵਿੱਚ ਗਰੀਬੀ ਹਟਾਓ ਦਾ ਨਾਅਰਾ ਦਿੱਤਾ ਗਿਆ ਸੀ। ਇਹੋ ਜਿਹੇ ਸਵਾਲ ਆ ਜਾਂਦੇ ਵਿੱਚੋਂ ਵੀ ਜਿਵੇਂ ਜਿਹੜਾ ਆਹ ਸਲੋਗਨ ਆ ਵੀ ਗਰੀਬੀ ਹਟਾਓ,
ਇਹ ਸਲੋਗਨ ਕਿਹੜੇ 5 ਈਅਰ ਪਲਾਨ 'ਚ ਦਿੱਤਾ ਗਿਆ ਸੀ? ਇਹ ਦਿੱਤਾ ਗਿਆ ਸੀ 5ਵੀਂ ਬੰਸਲਾ ਯੋਜਨਾ 'ਚ। ਹਾਂਜੀ, 5th 5 ਈਅਰ ਪਲਾਨ 'ਚ। ਇਸੇ ਤਰ੍ਹਾਂ ਹੀ ਟੋਟਲ ਜਿਹੜੇ 5 ਈਅਰ ਪਲਾਨ ਆਏ ਨੇ 12 ਆਏ ਸੀਗੇ। ਜਿਹੜਾ ਲਾਸਟ ਸੀ 12ਵਾਂ ਪਲਾਨ, ਇਹ 2012 ਤੋਂ 2017 ਤੱਕ ਸੀਗਾ। ਅਤੇ 2014 ਦੇ ਵਿੱਚ ਜਿਹੜੀ ਆਪਣੀ ਸੈਂਟਰਲ ਗੌਰਮੈਂਟ ਆ ਉਹ ਚੇਂਜ ਹੋ ਗਈ, ਤਾਂ ਉੱਥੇ ਬੀਜੇਪੀ ਦੀ ਜਿਹੜੀ ਸਰਕਾਰ ਆ ਗਈ, PM ਨਰਿੰਦਰ ਮੋਦੀ ਜੀ ਬਣ ਗਏ। ਤਾਂ ਨਰਿੰਦਰ ਮੋਦੀ ਜੀ ਨੇ 2015 ਦੇ ਵਿੱਚ ਆਪਣਾ ਪਲੈਨਿੰਗ ਕਮਿਸ਼ਨ ਦੀ ਥਾਂ 'ਤੇ ਇੱਕ ਨਵਾਂ ਕਮਿਸ਼ਨ ਲਿਆਂਦਾ, ਨੀਤੀ ਕਮਿਸ਼ਨ। ਹੁਣ ਪਲੈਨਿੰਗ ਕਮਿਸ਼ਨ ਨਹੀਂ ਹੈਗਾ, ਪਲੈਨਿੰਗ ਕਮਿਸ਼ਨ ਦੀ ਥਾਂ 'ਤੇ ਨੀਤੀ ਕਮਿਸ਼ਨ ਆ ਚੁੱਕਿਆ ਹੈਗਾ। ਨੀਤੀ ਦੀ ਫੁੱਲ ਫਾਰਮ ਹੈ, ਇਹਨੂੰ ਨੀਤੀ ਆਯੋਗ ਬੋਲ ਦਿੰਦੇ ਹਿੰਦੀ 'ਚ, ਕਮਿਸ਼ਨ ਨੂੰ ਆਯੋਗ ਬੋਲ ਦਿੰਦੇ ਹੈਗੇ। ਨੀਤੀ ਕਮਿਸ਼ਨ ਦਾ ਚੇਅਰਮੈਨ ਵੀ PM ਹੀ ਹੁੰਦਾ ਗਾ। ਹਾਂਜੀ, ਤਾਂ ਹੁਣ ਨੀਤੀ ਕਮਿਸ਼ਨ ਹੈ ਵੀ, ਤਾਂ ਜਿਹੜੀ 12 ਬੰਸਲਾ ਯੋਜਨਾ ਸੀਗੀਆਂ ਉਹ ਕੰਪਲੀਟ ਹੋ ਗਈਆਂ 2017 ਦੇ ਵਿੱਚ, ਅਤੇ ਹੁਣ ਪਲੈਨਿੰਗ ਕਮਿਸ਼ਨ ਨਹੀਂ ਰਿਹਾ। ਤਾਂ ਕਈ ਵਾਰੀ ਜਿਸ ਨੂੰ ਇਹ ਸਵਾਲ ਆ ਜੀ ਪਲੈਨਿੰਗ ਕਮਿਸ਼ਨ ਦਾ ਉੱਤਰਾਧਿਕਾਰੀ ਕੌਣ, ਉਹਦਾ ਸਕਸੈਸਰ ਕੌਣ ਆ, ਤਾਂ ਨੀਤੀ ਕਮਿਸ਼ਨ ਹੈਗਾ। ਨੀਤੀ ਕਮਿਸ਼ਨ ਦਾ ਚੇਅਰਮੈਨ ਵੀ PM ਹੀ ਹੁੰਦਾ ਗਾ। ਉਹਦੇ ਵਿੱਚ ਇੱਕ ਵਾਈਸ ਚੇਅਰਮੈਨ ਅਤੇ ਇੱਕ CEO ਵੀ ਹੁੰਦਾ ਗਾ। ਉਹ ਵੀ ਇੱਕ ਥਿੰਕ ਟੈਂਕ ਹੈ, ਉਹ ਵੀ ਸਰਕਾਰ ਨੂੰ ਸਿਰਫ ਸਲਾਹ ਦਿੰਦਾ ਗਾ ਇਕਨੋਮਿਕ ਵਿਸ਼ਿਆਂ 'ਤੇ। ਠੀਕ ਹੈ ਜੀ, ਚਲੋ ਅੱਗੇ ਵੱਧਦੇ ਹਾਂ ਵੀ। ਵੈਸੇ 1952 ਦੇ ਵਿੱਚ ਇੱਕ NDC ਵੀ ਬਣਾਈ ਸੀ, ਨੈਸ਼ਨਲ ਡਿਵੈਲਪਮੈਂਟ ਕੌਂਸਲ। ਪਲਾਨ ਫੇਲ ਕਿਉਂ ਹੋ ਗਿਆ ਜਾਂ ਪਲਾਨ ਕਾਮਯਾਬ ਹੋਇਆ, ਤਾਂ ਉਹਦੇ ਪਿੱਛੇ ਕੀ ਕਾਰਨ ਸੀਗੇ, ਉਹਦੀ ਚਰਚਾ ਕਰਦਾ ਸੀ, ਉਹਦੇ 'ਤੇ ਵਿਸ਼ਲੇਸ਼ਣ ਕਰਦਾ ਸੀ NDC, ਨੈਸ਼ਨਲ ਡਿਵੈਲਪਮੈਂਟ ਕੌਂਸਲ। ਉਹ ਵੀ ਇੱਕ ਨੋਨ ਕੌਂਸਟੀਟਿਊਸ਼ਨਲ ਬੋਡੀ ਸੀ। ਹਾਂਜੀ, ਇੰਡੀਆ ਅਡੋਪਟਡ 5 ਈਅਰ ਪਲਾਨ ਫਰੋਮ USSR। ਇੰਡੀਆ ਨੇ ਜਿਹੜੇ 5 ਈਅਰ ਪਲਾਨ ਅਡੋਪਟ ਕੀਤੇ ਸੀ ਉਹ USSR ਤੋਂ ਅਡੋਪਟ ਕਰੇ ਸੀ। ਦ ਗੌਰਮੈਂਟ ਆਫ ਇੰਡੀਆ ਪ੍ਰਪੇਅਰ ਏ ਡਾਕੂਮੈਂਟ ਦੈਟ ਹੈਜ਼ ਏ ਪਲਾਨ ਫਾਰ ਆਲ ਇਟਸ ਇਨਕਮ ਐਂਡ ਐਕਸਪੈਂਡੀਚਰ ਫਾਰ ਦ ਨੈਕਸਟ 5 ਈਅਰ। ਇਹ 5 ਈਅਰ ਪਲਾਨ ਕੀ ਸੀਗਾ? ਇਹ ਇੱਕ ਗੌਰਮੈਂਟ ਦਾ ਨਾ ਇੱਕ ਡਾਕੂਮੈਂਟ ਹੁੰਦਾ ਸੀਗਾ, ਜਿਹਦੇ ਵਿੱਚ ਉਹਦੀ ਇਨਕਮ, ਸਾਰੀ ਇਨਕਮ ਦੇ ਐਕਸਪੈਂਡੀਚਰ ਦਾ ਇੱਕ ਡਾਕੂਮੈਂਟ ਹੁੰਦਾ ਸੀਗਾ, ਜਿਹੜਾ ਅਗਲੇ 5 ਸਾਲਾਂ ਵਾਸਤੇ ਹੁੰਦਾ ਸੀਗਾ। ਉਸੇ ਨੂੰ 5 ਈਅਰ ਪਲਾਨ ਬੋਲਿਆ ਜਾਂਦਾ ਸੀਗਾ। ਹਾਂਜੀ, ਇਹ ਸੀਗੇ ਵੀ 5 ਈਅਰ ਪਲਾਨ। ਅੱਗੇ ਵੱਧਦੇ ਹਾਂ ਬੱਚੋ। ਐਗਰੀਕਲਚਰ ਵਰਸਜ ਇੰਡਸਟਰੀ। ਸਮੇਂ ਦੇ ਨਾਲ ਨਾਲ ਵੀ ਇੰਡੀਆ ਦੇ ਵਿੱਚ ਇਹ ਵੀ ਸਵਾਲ ਖੜ੍ਹੇ ਹੋਣੇ ਸ਼ੁਰੂ ਹੋਏ ਵੀ ਭਾਰਤ ਨੂੰ ਐਗਰੀਕਲਚਰ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਕਿ ਇੰਡਸਟਰੀ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਦੇਖੋ ਬੱਚੋ, ਜਿਹੜਾ ਆਪਣਾ ਭਾਰਤ ਆ ਨਾ, ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਆਬਾਦੀ ਹੈ ਜਿਹੜੀ, ਬਹੁਤ ਜ਼ਿਆਦਾ ਆਬਾਦੀ ਹੈ ਜਿਹੜੀ ਉਹ ਅਨਪੜ੍ਹ ਹੈਗੀ। ਜਾਂ ਤਾਂ ਐਂ ਕਹਿ ਲਓ ਵੀ ਉਹ ਸੈਮੀ ਸਕਿੱਲਡ ਹੈ, ਅਤੇ ਜਾਂ ਉਹ ਪੂਰੀ ਤਰ੍ਹਾਂ ਅਨਸਕਿੱਲਡ ਹੈ, ਐਂ ਬੋਲ ਸਕਦੇ ਹਾਂ ਆਪਾਂ। ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਜ਼ਮੀਨ ਹੈ ਵੀ, ਬਹੁਤ ਜ਼ਿਆਦਾ ਜ਼ਮੀਨ ਹੈ ਜਿੱਥੇ ਖੇਤੀ ਕੀਤੀ ਜਾ ਸਕਦੀ ਹੈ, ਬਹੁਤ ਉਪਜਾਊ ਮੈਦਾਨ ਹੈਗੇ ਆਪਣੇ ਵਿੱਚ, ਇੰਡੀਆ ਦੇ ਵਿੱਚ। ਅਤੇ ਦੂਸਰਾ, ਇੰਡੀਆ ਦੀ ਆਬਾਦੀ ਪਹਿਲਾਂ ਤੋਂ ਹੀ ਖੇਤੀਬਾੜੀ 'ਚ ਜ਼ਿਆਦਾ ਲੱਗੀ ਹੋਈ ਹੈ, ਅਤੇ ਇੰਡਸਟਰੀ ਦਾ ਵਿਕਾਸ ਬ੍ਰਿਟਿਸ਼ ਇੰਡੀਆ ਵੇਲੇ ਬਿਲਕੁਲ ਹੀ ਨਹੀਂ ਹੋਇਆ। ਬ੍ਰਿਟਿਸ਼ ਦੇ ਸਮੇਂ ਇੰਡੀਆ ਦੇ ਵਿੱਚ ਜ਼ਿਆਦਾ ਵਿਕਾਸ ਇੰਡਸਟਰੀ ਦਾ ਨਹੀਂ ਹੋ ਸਕਿਆ। ਇਸ ਕਰਕੇ ਇੰਡੀਆ ਦੀ ਜ਼ਿਆਦਾ ਆਬਾਦੀ ਐਗਰੀਕਲਚਰ 'ਤੇ ਹੀ ਡਿਪੈਂਡ ਸੀਗੀ। ਹਾਂਜੀ, ਤਾਂ ਬਾਅਦ ਦੇ ਵਿੱਚ ਇਹ ਸੋਚਿਆ ਜਾਣ ਲੱਗ ਪਿਆ ਵੀ ਆਪਾਂ ਨੂੰ, ਜੇ ਆਪਾਂ ਐਗਰੀਕਲਚਰ ਨੂੰ ਅੱਗੇ ਲੈ ਕੇ ਜਾਈਏ ਤਾਂ ਦੇਸ਼ ਦਾ ਵਿਕਾਸ ਹੋਊਗਾ, ਜਾਂ ਇੰਡਸਟਰੀ ਨੂੰ ਵੀ ਨਾਲ ਵਿਕਸਿਤ ਕਰੀਏ ਤਾਂ ਵਿਕਾਸ ਹੋਊਗਾ। ਵੈਸੇ ਦੇਖੋ ਬੱਚਿਓ, ਇੱਕ ਚੀਜ਼ ਮੈਂ ਹੋਰ ਦੱਸਣਾ ਚਾਹੁੰਦਾ ਤੁਹਾਨੂੰ ਇੱਥੇ। ਦੇਖੋ, ਇੱਕ ਮਿੰਟ, ਥੋੜ੍ਹਾ ਰੁਕੋ, ਮੈਂ ਤੁਹਾਨੂੰ ਕਾਪੀ ਪੈਨ 'ਤੇ ਸਮਝਾਉਣਾ ਗਾ ਵੀ ਇੱਕ ਦੇਸ਼ ਨੂੰ ਕੀ ਕੁਛ ਚਾਹੀਦਾ ਗਾ, ਇੱਕ ਦੇਸ਼ ਨੂੰ ਕਿੰਨੀਆਂ ਚੀਜ਼ਾਂ 'ਤੇ ਕੰਮ ਕਰਨਾ ਚਾਹੀਦਾ, ਫਿਰ ਉਹ ਅੱਗੇ ਵੱਧ ਸਕਦਾ ਗਾ। ਦੇਖੋ ਬੱਚਿਓ, ਇੱਧਰ ਧਿਆਨ ਦਿਓ। ਥੋੜ੍ਹਾ ਆਪਾਂ ਇਕੋਨਮੀ ਨੂੰ ਸਮਝਦੇ ਹਾਂ ਬੱਚਿਓ। ਦੇਖੋ, ਇਕੋਨਮੀ ਦੇ ਵੀ 3 ਫੇਜ਼ ਹੁੰਦੇ ਆ। ਇੱਕ ਹੁੰਦਾ ਫਸਟ ਫੇਜ਼, ਇਸੇ ਨੂੰ ਪ੍ਰਾਇਮਰੀ ਫੇਜ਼ ਵੀ ਕਹਿੰਦੇ ਆ। ਇੱਕ ਹੁੰਦਾ ਪ੍ਰਾਇਮਰੀ ਫੇਜ਼, ਸਮਝਣਾ ਵੀ ਧਿਆਨ ਨਾਲ ਬੱਚਿਓ। ਇੱਕ ਹੁੰਦਾ ਸੈਕੰਡਰੀ ਫੇਜ਼, ਸੈਕੰਡਰੀ ਫੇਜ਼। ਇੱਕ ਹੁੰਦਾ ਟਰਸ਼ਰੀ ਫੇਜ਼। ਹਾਂਜੀ, ਸਮਝੋ ਬੱਚਿਓ। ਪ੍ਰਾਇਮਰੀ ਫੇਜ਼ ਉਹ ਹੁੰਦਾ ਬੱਚਿਓ ਜਿਸ ਦੇ ਵਿੱਚ ਕੋਈ ਚੀਜ਼ ਕੱਚੇ ਮਾਲ ਦੇ ਰੂਪ 'ਚ ਆਪਾਂ ਨੂੰ ਪ੍ਰਾਪਤ ਹੁੰਦੀ ਹੈਗੀ। ਜਿਵੇਂ ਕਿ ਕੱਚੇ ਮਾਲ ਦੇ ਰੂਪ 'ਚ ਆਪਾਂ ਨੂੰ ਚੀਜ਼ ਪ੍ਰਾਪਤ ਹੋਊ, ਜਾਂ ਤਾਂ ਐਗਰੀਕਲਚਰ 'ਚੋਂ ਪ੍ਰਾਪਤ ਹੋਊਗੀ, ਅਤੇ ਜਾਂ ਪ੍ਰਾਪਤ ਹੋਊਗੀ ਮਾਈਨਿੰਗ ਦੇ ਵਿੱਚੋਂ। ਠੀਕ ਹੈ ਜੀ, ਆਪਾਂ ਕੋਈ ਵੀ ਚੀਜ਼ ਬਣਾਉਣੀ ਹੈ, ਮੰਨ ਲਓ ਆਪਾਂ ਕਾਰ ਬਣਾਉਣੀ ਹੈ, ਕਾਰ ਦੇ ਵਿੱਚ ਆਪਾਂ ਨੂੰ ਲੋਹਾ ਵੀ ਚਾਹੀਦਾ ਹੈ, ਕਾਰ ਦੇ ਵਿੱਚ ਆਪਾਂ ਨੂੰ ਪਲਾਸਟਿਕ ਵੀ ਚਾਹੀਦਾ ਬਣਾਉਣ ਵਾਸਤੇ, ਆਪਾਂ ਨੂੰ ਉਹਦੇ ਵਿੱਚ ਟਾਇਰ ਵੀ ਚਾਹੀਦੇ ਆ, ਰਬੜ ਵੀ ਚਾਹੀਦੀ ਹੈ। ਤਾਂ ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਮਾਈਨਿੰਗ 'ਚੋਂ ਪ੍ਰਾਪਤ ਹੋਣਗੀਆਂ ਜਾਂ ਐਗਰੀਕਲਚਰ ਪ੍ਰਾਪਤ ਹੋਣਗੀਆਂ। ਠੀਕ ਹੈ ਜੀ, ਜੇ ਮੰਨ ਲਓ ਆਪਾਂ ਬਿਸਕੁਟ ਬਣਾਉਣੇ ਆ, ਬਿਸਕੁਟ ਬਣਾਉਣ ਦੀ ਆਪਾਂ ਬਿਸਕੁਟ ਬਣਾਉਣੇ ਆ, ਬਿਸਕੁਟ ਬਣਾਉਣ ਵਾਸਤੇ ਆਪਾਂ ਨੂੰ ਕਣਕ ਚਾਹੀਦੀ ਹੈ, ਆਪਾਂ ਨੂੰ ਘਿਓ ਚਾਹੀਦਾ ਗਾ, ਆਪਾਂ ਨੂੰ ਖੰਡ ਚਾਹੀਦੀ ਹੈ, ਆਪਾਂ ਨੂੰ ਦੁੱਧ ਚਾਹੀਦਾ ਗਾ। ਉਹ ਸਾਰਾ ਕੁਛ ਆਪਾਂ ਨੂੰ ਐਗਰੀਕਲਚਰ 'ਚੋਂ ਪ੍ਰਾਪਤ ਹੋਊਗਾ। ਅਤੇ ਐਗਰੀਕਲਚਰ ਇੱਕ ਬਹੁਤ ਵੱਡਾ ਸੈਕਟਰ ਹੈ। ਵਾਹੀਕਰਨ, ਕਲਟੀਵੇਸ਼ਨ ਅਲੱਗ ਚੀਜ਼ ਹੈ, ਐਗਰੀਕਲਚਰ ਅਲੱਗ ਚੀਜ਼ ਹੈ।
ਜੇ ਆਪਾਂ ਗੱਲ ਕਰਦੇ ਹਾਂ ਨਾ ਵੀ ਐਗਰੀਕਲਚਰ, ਤਾਂ ਐਗਰੀਕਲਚਰ ਦੇ ਵਿੱਚ ਐਗਰੀਕਲਚਰ ਦੇ ਖੇਤੀਬਾੜੀ ਦੇ ਨਾਲ ਬਹੁਤ ਸਾਰੇ ਅਲਾਈਡ ਸੈਕਟਰ ਆ ਜਾਂਦੇ ਆ। ਵਾਹੀ ਦੇ ਨਾਲ ਬਹੁਤ ਸਾਰੇ ਅਲਾਈਡ ਸੈਕਟਰ ਆ ਜਾਂਦੇ, ਜਿਵੇਂ ਪਸ਼ੂ ਪਾਲਣ ਵੀ ਆ ਜਾਊ ਉਹਦੇ 'ਚ, ਉਹ 'ਚ ਮੁਰਗੀ ਪਾਲਣ ਵੀ ਆ ਜਾਊਗਾ, ਉਹ 'ਚ ਮੱਖੀ ਪਾਲਣ ਵੀ ਆ ਜਾਊਗਾ, ਉਹ 'ਚ ਸੂਰ ਪਾਲਣ ਵੀ ਆ ਜਾਊਗਾ, ਉਹ 'ਚ ਖਰਗੋਸ਼ ਪਾਲਣ ਵੀ ਆ ਜਾਊਗਾ। ਤਾਂ ਇਹ ਸਾਰੇ ਸੈਕਟਰ ਉਹਦੇ ਵਿੱਚ ਆ ਜਾਣਗੇ, ਉਹਨੂੰ ਐਗਰੀਕਲਚਰ ਬੋਲਦੇ ਆ। ਅਤੇ ਕੱਚੇ ਮਾਲ ਦੇ ਰੂਪ ਦੇ ਵਿੱਚ ਆਪਾਂ ਨੂੰ ਦੋਨੇ ਥਾਵਾਂ ਤੋਂ ਚੀਜ਼ਾਂ ਮਿਲ ਜਾਣਗੀਆਂ। ਫਿਰ ਇਹ ਪਹੁੰਚਦੇ ਨੇ ਸੈਕੰਡਰੀ ਸੈਕਟਰ ਦੇ ਵਿੱਚ। ਸੈਕੰਡਰੀ ਫੇਜ਼ ਦੇ ਵਿੱਚ ਕੀ ਹੁੰਦੀਆਂ ਨੇ, ਇੰਡਸਟਰੀਜ਼ ਹੁੰਦੀਆਂ ਨੇ। ਇਹਦੇ ਵਿੱਚ ਹੁੰਦੀ ਹੈਗੀ ਇੰਡਸਟਰੀ। ਕੋਈ ਵੀ ਚੀਜ਼ ਪਹਿਲੇ ਫੇਜ਼ 'ਚੋਂ ਨਿਕਲੀ, ਆਪਾਂ ਐਗਰੀਕਲਚਰ 'ਚੋਂ ਕੋਈ ਚੀਜ਼ ਲੈ ਕੇ ਆਏ, ਤਾਂ ਉਹਨੂੰ ਆਪਾਂ ਇੰਡਸਟਰੀ 'ਚ ਲੈ ਕੇ ਜਾਵਾਂਗੇ। ਇੰਡਸਟਰੀ 'ਚ ਉਹਦੀ ਮੈਨੂਫੈਕਚਰਿੰਗ ਹੋਊਗੀ, ਉਹਦੀ ਪ੍ਰੋਸੈਸਿੰਗ ਹੋਊਗੀ। ਹਾਂਜੀ, ਪ੍ਰੋਸੈਸਿੰਗ ਹੋਊਗੀ। ਇਸ ਤੋਂ ਬਾਅਦ ਉਹ ਪਹੁੰਚੂਗੀ ਟਰਸ਼ਰੀ ਵੇਚ, ਜਿਹਨੂੰ ਆਪਾਂ ਸਰਵਿਸ ਕਹਿ ਦਿੰਦੇ ਹਾਂ। ਸਰਵਿਸ ਕਹਿ ਦਿੰਦੇ ਹਾਂ, ਇੱਥੇ ਹੁੰਦੀਆਂ ਨੇ ਸਰਵਿਸਿਜ਼। ਹਾਂਜੀ, ਕਈ ਵਾਰੀ ਕੁਝ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਐਗਰੀਕਲਚਰ ਤੋਂ ਸਿੱਧੀਆਂ ਕਸਟਮਰ ਕੋਲ ਚਲੇ ਜਾਂਦੀਆਂ ਨੇ। ਜਿਵੇਂ ਆਪਾਂ ਖੇਤਾਂ ਦੇ ਵਿੱਚ ਕੋਈ ਸਬਜ਼ੀ ਉਗਾਈ, ਉਹ ਸਿੱਧੀ ਕਿੱਥੇ ਚਲੀ ਗਈ, ਕਸਟਮਰ ਕੋਲ ਚਲੀ ਗਈ। ਇੰਡਸਟਰੀ ਦੇ ਵਿੱਚੋਂ ਵੀ ਸਿੱਧੀ ਚੀਜ਼ ਕਿੱਥੇ ਚਲੀ ਜਾਂਦੀ ਹੈ, ਕਸਟਮਰ ਕੋਲ ਚਲੀ ਜਾਂਦੀ ਹੈ। ਤਾਂ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ, ਪਹਿਲਾਂ ਪ੍ਰਾਇਮਰੀ ਫੇਜ਼ ਤੋਂ ਸੈਕੰਡਰੀ ਫੇਜ਼ ਜਾਂਦੀਆਂ ਨੇ, ਉਹਦੀ ਮੈਨੂਫੈਕਚਰਿੰਗ ਹੁੰਦੀ ਹੈ ਜਾਂ ਪ੍ਰੋਸੈਸਿੰਗ ਹੁੰਦੀ ਹੈ। ਇਸ ਤੋਂ ਬਾਅਦ ਉਹ ਕਿੱਥੇ ਪਹੁੰਚਦੀ ਹੈਗੀ, ਕਸਟਮਰ ਕੋਲ ਪਹੁੰਚਦੀ ਹੈ, ਕੰਜ਼ਿਊਮਰ ਕੋਲ ਪਹੁੰਚਦੀ ਹੈਗੀ। ਹਾਂਜੀ, ਸਰਵਿਸ ਦੇ ਵਿੱਚ ਬਹੁਤ ਸਾਰੀਆਂ ਸਰਵਿਸ, ਜਿਵੇਂ ਕਿ ਪੜ੍ਹਾਉਣਾ ਵੀ ਇੱਕ ਸਰਵਿਸ ਹੈ ਵੀ, ਜਿਵੇਂ ਐਜੂਕੇਸ਼ਨ ਵੀ ਆ ਗਿਆ, ਜਿਵੇਂ ਇਲੈਕਟ੍ਰੀਸਿਟੀ ਵੀ ਆ ਗਿਆ, ਜਿਵੇਂ ਕਿ ਟਰਾਂਸਪੋਰਟ ਵੀ ਆ ਗਿਆ, ਜਿਵੇਂ ਬੈਂਕਿੰਗ ਆ ਗਿਆ। ਤਾਂ ਇਕੋਨਮੀ ਦੇ 3 ਫੇਜ਼ ਹੈਗੇ, ਇਕੋਨਮੀ ਦੇ 3 ਫੇਜ਼ ਹੈਗੇ। ਇੱਥੇ ਸਾਰੇ ਫੇਜ਼ ਦੇ ਵਿੱਚ ਆਪਾਂ ਨੂੰ ਕੀ ਚਾਹੀਦੀ ਹੈ, ਇਨਫਰਾਸਟਰਕਚਰ ਚਾਹੀਦੀ ਹੈ। ਇਨਫਰਾਸਟਰਕਚਰ ਸਾਰੀ ਚਾਹੀਦੀ ਹੈ। ਇਨਫਰਾ ਦੀ ਲੋੜ, ਸੜਕਾਂ ਦੀ ਲੋੜ, ਨਹਿਰਾਂ ਦੀ ਲੋੜ, ਬਿਜਲੀ ਦੀ ਲੋੜ ਆਪਾਂ ਨੂੰ ਐਗਰੀਕਲਚਰ 'ਚ ਵੀ ਹੈ, ਮਾਈਨਿੰਗ ਦੇ ਵਿੱਚ ਵੀ ਹੈ। ਆਪਾਂ ਨੂੰ ਇੰਡਸਟਰੀ ਦੇ ਵਿੱਚ ਵੀ ਇਨਫਰਾਸਟਰਕਚਰ ਦੀ ਬਹੁਤ ਜ਼ਿਆਦਾ ਲੋੜ ਹੈਗੀ। ਸਰਵਿਸ ਦੇ ਵਿੱਚ ਵੀ ਆਪਾਂ ਨੂੰ ਇਨਫਰਾਸਟਰਕਚਰ ਦੀ ਬਹੁਤ ਜ਼ਿਆਦਾ ਲੋੜ ਹੈਗੀ। ਆਪਾਂ ਨੂੰ ਰੇਲਵੇ ਲਾਈਨਾਂ ਚਾਹੀਦੀਆਂ, ਏਅਰਪੋਰਟ ਚਾਹੀਦੇ ਆ, ਸੀਪੋਰਟ ਚਾਹੀਦੇ ਆ। ਤਾਂ ਇਹ ਜਿਹੜੇ ਦੇਸ਼ ਕੋਲ ਇਹ ਤਿੰਨੇ ਫੇਜ਼ ਮਜ਼ਬੂਤ ਨੇ, ਜਿੱਥੇ ਐਗਰੀਕਲਚਰ ਵੀ ਵਿਕਸਿਤ ਹੈ, ਮਾਈਨਿੰਗ ਵੀ ਵਿਕਸਿਤ ਹੈ, ਬਹੁਤ ਸਾਰੇ ਖਣਿਜ ਆ ਉਸ ਦੇਸ਼ ਕੋਲ, ਅਤੇ ਜਿਹੜੇ ਦੇਸ਼ ਕੋਲ ਇੰਡਸਟਰੀ ਵੀ ਬਹੁਤ ਵਧੀਆ, ਵਧੀਆ ਟੈਕਨੋਲੋਜੀ ਨਾਲ ਉੱਥੇ ਮਸ਼ੀਨਾਂ ਲੱਗੀਆਂ ਹੋਈਆਂ ਨੇ, ਬਹੁਤ ਵਧੀਆ ਇੰਡਸਟਰੀ ਸੈਟਅਪ ਆ, ਅਤੇ ਜਿੱਥੇ ਸਰਵਿਸ ਵੀ ਬਹੁਤ ਵਧੀਆ ਨੇ, ਉਹ ਦੇਸ਼ ਅਮੀਰ ਹੋ ਜਾਊਗਾ। ਉਹ ਦੇਸ਼ ਕੀ ਹੋ ਜਾਊਗਾ ਜੀ, ਅਮੀਰ ਹੋ ਜਾਊਗਾ। ਜਿਹੜੇ ਦੇਸ਼ ਕੋਲ ਹਾਲੇ ਐਗਰੀਕਲਚਰ ਵੀ ਵਿਕਸਿਤ ਨਹੀਂ ਹੋਈ, ਮਾਈਨਿੰਗ ਦੇ ਵਿੱਚੋਂ ਖਣਿਜ ਕੱਢਣ ਵਾਸਤੇ ਵੀ ਆਪਾਂ ਨੂੰ ਹਾਲੇ ਟੈਕਨੋਲੋਜੀ ਨਹੀਂ ਮਿਲੀ, ਆਪਾਂ ਉੱਥੇ ਹੱਥਾਂ ਨਾਲ ਹੀ ਖਣਿਜ ਕੱਢੀ ਜਾ ਰਹੇ ਹਾਂ। ਇੰਡਸਟਰੀ ਵੀ ਆਪਣੀ ਸੈਟਅਪ ਨਹੀਂ ਹੋਈ ਵਧੀਆ ਤਰੀਕੇ ਨਾਲ ਹਾਲੇ, ਅਤੇ ਆਪਣੀ ਸਰਵਿਸ ਵੀ ਬਹੁਤ ਵਧੀਆ ਨਹੀਂ ਹੈਗੀਆਂ। ਤਾਂ ਆਪਾਂ ਵਿਕਾਸਸ਼ੀਲ ਦੇਸ਼ ਹੋਵਾਂਗੇ, ਜਿਵੇਂ ਕਿ ਇੰਡੀਆ ਗਾ। ਆਪਾਂ ਹੁਣ ਐਗਰੀਕਲਚਰ ਨੂੰ ਵੀ ਵਧੀਆ ਕਰਨ ਵਾਸਤੇ ਕੰਮ ਕਰ ਰਹੇ ਹਾਂ, ਮਾਈਨਿੰਗ ਦੇ ਵਿੱਚੋਂ ਖਣਿਜ ਕੱਢਣ ਵਾਸਤੇ ਵੀ ਆਪਾਂ ਕੰਮ ਕਰ ਰਹੇ ਹਾਂ, ਇੰਡਸਟਰੀ ਨੂੰ ਸੈਟਅਪ ਕਰਨ ਵਾਸਤੇ, ਉਹ 'ਚ ਮੋਡਰਨਾਈਜੇਸ਼ਨ ਕਰਨ ਵਾਸਤੇ ਵੀ ਕੰਮ ਕਰ ਰਹੇ ਹਾਂ, ਸਰਵਿਸ ਨੂੰ ਵਧੀਆ ਕਰਨ ਵਾਸਤੇ ਵੀ ਕੰਮ ਕਰ ਰਹੇ ਹਾਂ, ਅਤੇ ਆਪਣਾ ਦੇਸ਼ ਵਿਕਾਸਸ਼ੀਲ ਹੈਗਾ। ਠੀਕ ਹੈ ਜੀ। ਤਾਂ ਕਿਸੇ ਵੀ ਦੇਸ਼ ਨੂੰ ਵਿਕਸਿਤ ਕਰਨ ਵਾਸਤੇ ਆਹ ਸਾਰੀਆਂ ਚੀਜ਼ਾਂ 'ਤੇ ਧਿਆਨ ਦੇਣਾ ਪਊਗਾ। ਜੇ ਆਪਾਂ ਇਹ ਸਾਰੀਆਂ ਚੀਜ਼ਾਂ 'ਤੇ ਧਿਆਨ ਦੇਵਾਂਗੇ, ਤਾਂ ਆਪਣਾ ਦੇਸ਼ ਵਿਕਸਿਤ ਹੋ ਜਾਊਗਾ। ਠੀਕ ਹੈ ਜੀ। ਜੇ ਆਪਾਂ USA ਵਰਗੇ ਦੇਸ਼ਾਂ ਦੀ ਗੱਲ ਕਰੀਏ, ਤਾਂ ਉਹਨਾਂ ਦੇ ਵਿੱਚ ਐਗਰੀਕਲਚਰ ਵਿਕਸਿਤ ਹੋ ਚੁੱਕੀ ਹੈ, ਮਾਈਨਿੰਗ ਵਿਕਸਿਤ ਹੈ, ਉਹਨਾਂ ਕੋਲ ਬਹੁਤ ਸਾਰੇ ਖਣਿਜ ਆਲਰੇਡੀ ਹੈਗੇ ਆ, ਅਤੇ ਉਹ ਪੂਰੀ ਤਰ੍ਹਾਂ ਉਹਨਾਂ ਨੂੰ ਕੱਢ ਵੀ ਰਹੇ ਹੈ। ਇੰਡਸਟਰੀ ਉਹਨਾਂ ਦੀ ਪੂਰੀ ਤਰ੍ਹਾਂ ਵਿਕਸਿਤ ਹੈਗੀ, ਸਰਵਿਸ ਉਹਨਾਂ ਦੀਆਂ ਬਹੁਤ ਜ਼ਿਆਦਾ ਵਧੀਆ ਨੇਗੀਆਂ। ਤਾਂ ਉਹ ਦੇਸ਼ ਕੀ ਹੋ ਚੁੱਕੇ ਹੈ, ਵਿਕਸਿਤ ਹੋ ਚੁੱਕੇ ਹੈ। ਠੀਕ ਹੈ ਜੀ। ਇਹ ਬਸ ਛੋਟਾ ਜਿਹਾ ਫੰਡਾ ਹੈ ਵੀ, ਇਹ ਇਕੋਨਮੀ ਦਾ ਇੱਕ ਛੋਟਾ ਜਿਹਾ ਫੰਡਾ ਹੈਗਾ, ਜਿਹਨੂੰ ਮੈਂ ਤੁਹਾਨੂੰ ਸਮਝਾ ਦਿੱਤਾ ਹੈਗਾ। ਅਤੇ ਇੱਥੇ ਇਹੀ ਸਵਾਲ ਹੈਗਾ ਵੀ ਆਪਾਂ ਨੂੰ, ਇਹ ਕਹਿੰਦੇ ਵੀ ਐਗਰੀਕਲਚਰ 'ਤੇ ਜ਼ਿਆਦਾ ਫੋਕਸ ਕਰੀਏ ਕਿ ਇੰਡਸਟਰੀ 'ਤੇ ਫੋਕਸ ਕਰੀਏ। ਮੈਂ ਤੁਹਾਨੂੰ ਸਮਝਾਈ ਤਾਂ ਆਪਾਂ ਨੂੰ ਦੋਨਾਂ 'ਤੇ ਫੋਕਸ ਕਰਨਾ ਪਊਗਾ। ਠੀਕ ਹੈ ਬੱਚਿਓ, ਇਹਨੂੰ ਆਪਾਂ ਪੂਰਾ ਕਰ ਦਿੰਦੇ ਹੈਗੇ। ਛੋਟਾ ਜਿਹਾ ਸਿੰਪਲ ਜਿਹਾ ਲਿਖਿਆ ਹੋਇਆ ਇੱਥੇ ਤਾਂ, ਮੇਨ ਕੁਐਸਚਨ ਅਰੋਜ਼ ਦੈਟ ਦਾ ਮੋਰ ਰਿਸੋਰਸਿਸ ਸ਼ੁੱਡ ਯੂਜ਼ ਇਨ ਦਾ ਐਗਰੀਕਲਚਰ ਸੈਕਟਰ ਔਰ ਇੰਡਸਟਰੀਅਲ ਸੈਕਟਰ। ਕਹਿੰਦੇ ਪਹਿਲਾਂ ਮੇਨ ਕੁਐਸਚਨ ਇਹੀ ਖੜਾ ਹੁੰਦਾ ਹੈਗਾ ਕਿ ਆਪਾਂ ਨੂੰ ਜ਼ਿਆਦਾ ਰਿਸੋਰਸ ਕਿਹਦੇ ਵਰਤਣੇ ਚਾਹੀਦੇ ਹੈਗੇ, ਐਗਰੀਕਲਚਰ ਸੈਕਟਰ ਦੇ ਜਾਂ ਇੰਡਸਟਰੀਅਲ ਸੈਕਟਰ ਦੇ। ਦੂਸਰੀ ਲਾਈਨ ਹੈ, ਸਮ ਪੀਪਲ ਵਰ ਫੋਕਸਿੰਗ ਔਨ ਦਾ ਐਗਰੀਕਲਚਰ ਐਂਡ ਸਮ ਔਨ ਦਾ ਇੰਡਸਟਰੀ। ਕੁਝ ਲੋਕ ਤਾਂ ਫੋਕਸ ਕਰਦੇ ਆ ਕਹਿੰਦੇ ਐਗਰੀਕਲਚਰ 'ਤੇ, ਅਤੇ ਕੁਝ ਫੋਕਸ ਕਰਦੇ ਆ ਇੰਡਸਟਰੀ 'ਤੇ। ਚੌਧਰੀ ਚਰਨ ਸਿੰਘ ਇਹ ਕਾਂਗਰਸ ਲੀਡਰ ਹੂ ਲੇਟਰ ਬਰੋਕ ਫਰੋਮ ਦਾ ਪਾਰਟੀ ਟੂ ਫਰੋਮ ਭਾਰਤੀ ਲੋਕ ਦਲ ਐਮਫੈਸਾਈਡ ਔਨ ਦਾ ਐਗਰੀਕਲਚਰ ਸੈਕਟਰ। ਭਾਰਤ ਦੇ ਇੱਕ ਪ੍ਰਧਾਨ ਮੰਤਰੀ ਹੋਇਆ ਵੀ ਚੌਧਰੀ ਚਰਨ ਸਿੰਘ। ਚੌਧਰੀ ਚਰਨ ਸਿੰਘ ਇੱਦਾਂ ਦੇ ਪ੍ਰਧਾਨ ਮੰਤਰੀ ਹੋਇਆ ਵੀ ਜਿਨ੍ਹਾਂ ਨੇ ਕਦੇ ਸੰਸਦ ਨੂੰ ਫੇਸ ਨਹੀਂ ਕੀਤਾ। ਜਦੋਂ ਜਨਤਾ ਪਾਰਟੀ ਸਰਕਾਰ ਆਈ ਸੀ 1977 ਤੋਂ 1979 ਤੱਕ, ਤਾਂ ਉਹ ਸਰਕਾਰ 5 ਸਾਲ ਦਾ ਚੱਲ ਨਹੀਂ ਸਕੀ ਵੀ। 1979 ਦੇ ਵਿੱਚ ਕੀ ਹੋ ਗਈ ਸੀਗੀ, ਡਿੱਗ ਗਈ ਸਰਕਾਰ। ਤਾਂ ਇਸ ਤੋਂ ਬਾਅਦ ਚੌਧਰੀ ਚਰਨ ਸਿੰਘ ਪ੍ਰਧਾਨ ਮੰਤਰੀ ਬਣੇ, ਪਰ ਇਹਨਾਂ ਕੋਲ ਵੀ ਫੁੱਲ ਮੈਜੋਰਟੀ ਨਹੀਂ ਸੀਗੀ, ਅਤੇ 1979 ਤੋਂ 80 ਦੌਰਾਨ ਇਹ ਕੀ ਇਹਨਾਂ ਦੀ ਸਰਕਾਰ ਵੀ ਡਿੱਗ ਗਈ ਸੀ ਕੁਝ ਮਹੀਨਿਆਂ ਬਾਅਦ ਹੀ। ਤਾਂ ਇਹਨਾਂ ਨੇ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਸੀ ਐਗਰੀਕਲਚਰ 'ਤੇ। ਇਹ ਯੂਪੀ ਦੇ ਰਹਿਣ ਵਾਲੇ ਸੀਗੇ, ਐਗਰੀਕਲਚਰ 'ਤੇ ਇਹਨਾਂ ਨੇ ਜ਼ਿਆਦਾ ਜ਼ੋਰ ਦਿੱਤਾ, ਅਤੇ ਇਸ ਕਰਕੇ ਇਹਨਾਂ ਦੇ ਜਨਮ ਦਿਵਸ 'ਤੇ ਵੀ ਬਣਾਇਆ ਜਾਂਦਾ ਹੈਗਾ ਨੈਸ਼ਨਲ ਫਾਰਮਰ ਡੇ। 23 ਦਸੰਬਰ ਨੂੰ ਇਹਨਾਂ ਦਾ ਜਨਮ ਦਿਵਸ ਹੁੰਦਾ ਹੈਗਾ। ਇਹ ਵੀ ਤੁਸੀਂ ਯਾਦ ਰੱਖਿਓ, ਤੁਹਾਨੂੰ ਪੁੱਛਿਆ ਜਾ ਸਕਦਾ ਹੈਗਾ ਵੀ ਨੈਸ਼ਨਲ ਫਾਰਮਰ ਡੇ ਕਦੋਂ ਹੁੰਦਾ ਹੈਗਾ, ਤਾਂ ਉਹ ਹੁੰਦਾ ਹੈਗਾ 23 ਦਸੰਬਰ ਨੂੰ। ਹਾਂਜੀ, ਉਹ ਚੌਧਰੀ ਚਰਨ ਸਿੰਘ ਦਾ ਜਨਮ ਦਿਨ ਹੁੰਦਾ ਹੈਗਾ, ਕਿਉਂਕਿ ਇਹਨਾਂ ਨੇ ਜ਼ਿਆਦਾ ਜ਼ੋਰ ਐਗਰੀਕਲਚਰ 'ਤੇ ਦਿੱਤਾ ਸੀਗਾ। ਹਾਂਜੀ,
ਸਮ ਪੀਪਲ ਫੀਲ ਦੈਟ ਦਾ ਵਿਦਆਊਟ ਇੰਡਸਟਰੀਲਾਈਜੇਸ਼ਨ ਪੂਅਰ ਪੀਪਲ ਕੈਨ ਨਾਟ ਬੀ ਰਾਈਜ਼ ਅਬਵ ਪੋਵਰਟੀ ਲਾਈਨ। ਬਿਲਕੁਲ ਵੀ ਕੁਝ ਲੋਕ ਇਹ ਫੀਲ ਕਰਦੇ ਆ, ਕਹਿੰਦੇ ਵੀ ਇੰਡਸਟਰੀਲਾਈਜੇਸ਼ਨ ਤੋਂ ਬਿਨਾਂ ਅਸੀਂ ਗਰੀਬ ਲੋਕਾਂ ਨੂੰ ਗਰੀਬੀ 'ਚੋਂ ਬਾਹਰ ਨਹੀਂ ਕੱਢ ਸਕਦੇ। ਬਿਲਕੁਲ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਵੀ ਜਿਹੜੇ ਦੇਸ਼ ਵਿੱਚ ਐਗਰੀਕਲਚਰ ਵਧੀਆ ਹੈ, ਜਿਹੜੇ ਦੇਸ਼ ਦੇ ਵਿੱਚ ਇੰਡਸਟਰੀ ਵਧੀਆ, ਜਿਹੜੇ ਦੇਸ਼ 'ਚ ਮਾਈਨਿੰਗ ਵਧੀਆ, ਜਿਹੜੇ ਦੇਸ਼ ਦੇ ਵਿੱਚ ਜਿਹੜੇ ਆਪਣਾ ਸਰਵਿਸ ਵਧੀਆ ਨੇ, ਉਹਨਾਂ ਦੇਸ਼ਾਂ ਦੇ ਵਿੱਚੋਂ ਰੁਜ਼ਗਾਰ ਸਿਰਜਣ ਬਹੁਤ ਵੱਡੀ ਪੱਧਰ 'ਤੇ ਹੋਊਗਾ ਅਤੇ ਜਿਹੜੀ ਇੰਪਲੋਇਮੈਂਟ ਵੱਡੀ ਪੱਧਰ 'ਤੇ ਹੋਊਗਾ ਅਤੇ ਲੋਕ ਜਿਹੜੇ ਉਹ ਗਰੀਬੀ ਤੋਂ ਬਾਹਰ ਹੋ ਜਾਣਗੇ ਅਤੇ ਦੇਸ਼ ਵਿਕਸਿਤ ਹੋ ਜਾਊਗਾ। ਠੀਕ ਹੈ ਜੀ। ਹਾਂਜੀ ਬੱਚਿਓ, ਅੱਜ ਲਈ ਆਪਾਂ ਇੰਨਾ ਹੀ ਕਰਾਂਗੇ। ਮੈਨੂੰ ਉਮੀਦ ਆ ਤੁਹਾਨੂੰ ਇਹ ਚੈਪਟਰ ਬਹੁਤ ਚੰਗੀ ਤਰ੍ਹਾਂ ਸਮਝ ਆਇਆ ਹੋਊਗਾ। ਚੈਪਟਰ ਔਖਾ ਨਹੀਂ ਹੈਗਾ, ਪਰ ਥੋੜ੍ਹਾ ਜਿਹਾ ਸਮਝਣ ਵਾਲਾ ਜ਼ਰੂਰ ਸੀਗਾ ਵੀ ਕਿਉਂਕਿ ਇਹਦੇ ਵਿੱਚ ਇਕੋਨਮੀ ਨਾਲ ਰਿਲੇਟਡ ਗੱਲਾਂ ਆ ਗਈਆਂ। ਚੈਪਟਰ ਆਪਾਂ ਪੋਲਿਟੀ ਦਾ ਕਰ ਰਹੇ ਹੈਗੇ। ਹਾਂਜੀ, ਅਤੇ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈਗਾ, ਕਿਉਂਕਿ ਆਪਾਂ 12ਵੀਂ ਕਲਾਸ 'ਚ ਪੜ੍ਹ ਰਹੇ ਹਾਂ। ਇਸ ਤੋਂ ਬਾਅਦ ਆਪਾਂ ਇੱਕ ਜ਼ਿੰਮੇਵਾਰ ਨਾਗਰਿਕ ਬਣਨਾ ਗਾ। ਇੰਡੀਆ ਦੀਆਂ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨੇ ਆਪਾਂ ਨੂੰ ਇਹ ਸਮਝਣੀਆਂ ਚਾਹੀਦੀਆਂ ਨੇਗੀਆਂ। ਹਾਂਜੀ, ਠੀਕ ਆ ਬੱਚਿਓ, ਵੀਡੀਓ ਨੂੰ ਪੂਰਾ ਦੇਖਿਆ ਕਰੋ ਵੀ। ਜੇ ਕੋਈ ਵੀਡੀਓ ਦੇ ਵਿੱਚ ਕੋਈ ਸਮੱਸਿਆ ਹੁੰਦੀ ਆ ਉਹ ਦੱਸਿਆ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅਤੇ ਕਮੈਂਟ ਵੀ ਕਰਿਆ ਕਰੋ। ਥੈਂਕ ਯੂ ਵੈਰੀ ਮੱਚ।